ਤੁਸੀਂ ਮੈਨੂੰ ਦੱਸੋ ਸਰੋਪਾ ਠੰਡਾ ਕਰਨ ਵਾਸਤੇ ਦਿੰਦੇ ਨਹੀਂ ਕਿਸੇ ਨੂੰ, ਕਿਸੇ ਬਹਾਦਰੀ ਲਈ ਸਰੋਪਾ ਦਿੰਦੇ ਆ। ਮੈਂ ਅੱਜ ਵੀ ਕਹਿ ਦਿੰਦਾ ਵੀ ਮਾਨ ਸਾਹਿਬ ਤੁਹਾਨੂੰ ਠੰਡਾ ਕਿਹੜੇ ਸਰੋਪੇ ਨਾਲ ਕਰੀਏ। ਜਿੱਦਾਂ ਕਹਿੰਦੇ ਮਾਨ ਸਾਹਿਬ ਦਾ ਜਨਮ ਹੋਇਆ, ਕਹਿੰਦੇ ਜੇ ਉਦੋਂ ਉਹਨਾਂ ਦੇ ਪਿਓ ਠੰਡਾ ਕੀਤਾ ਹੁੰਦਾ ਸਰੋਪਾ ਦੇ ਕੇ ਸ਼ਾਇਦ ਨਾ ਹੀ ਜੰਮਦੇ। ਫੇਰ ਹੁਣ ਤੁਸੀਂ ਮਾਨ ਸਾਹਿਬ ਨੂੰ ਕਹੋ ਵੀ ਇਹ ਸਿੱਖ ਕੌਮ ਦੇ ਐਡੇ ਵੱਡੇ ਨੁਮਾਇੰਦੇ ਆ ਜਿਨ੍ਹਾਂ ਨੂੰ ਸਰੋਪੇ ਬਾਰੇ ਨਹੀਂ ਪਤਾ, ਸਰੋਪਾ ਕਾਸ ਵਾਸਤੇ ਦਿੱਤਾ ਜਾਂਦਾ। ਉਹਨੇ ਇੱਕ ਇਸ਼ਾਰਾ ਕੀਤਾ, ਕਹਿੰਦਾ ਆਹ ਮਾਫੀ ਹੈ, ਤੁਹਾਨੂੰ ਪਤਾ ਇਸ ਚੀਜ਼ ਦਾ। ਮੈਂ ਕਿਹਾ ਨਾ ਬਹੁਤ ਗੰਦਾ ਇਸ਼ਾਰਾ ਹੈ। ਉਹਦੇ ਪਿੱਛੇ ਬੋਲੇ ਸੌ ਨਿਹਾਲ ਦੇ ਜਕਾਰੇ ਛੱਡੇ ਗਏ। ਕੀ ਕਹੋਗੇ ਤੁਸੀਂ ਇਸ ਗੱਲ ਨੂੰ? ਮੈਂ ਕਿਹੜੇ ਮੂੰਹ ਨਾਲ ਉਹਨੂੰ ਕਹਿ ਦੇ ਪੰਥ ਦੀ ਧਿਰ ਹੈ, ਉਹ ਪੰਥ ਦਾ ਆਗੂ ਹੈ, ਕਿਹੜੇ ਮੂੰਹ ਨਾਲ ਕਹਿ ਦਾਂ ਮੈਂ ਇੱਕ ਕਥਾਬਾਜ਼ ਕਹਾਂ, ਇੱਕ ਪ੍ਰਚਾਰਕ, ਮੈਂ ਗਾਲ ਕੱਢਾਂ ਟੀਵੀ ਦੇ ਮੂਹਰੇ, ਅਤੇ ਤੁਸੀਂ ਮੈਨੂੰ ਕਿੱਦਾਂ ਸਵੀਕਾਰ ਕਰੋਗੇ? ਉਹ ਜਦੋਂ ਸਿੱਖ ਸੰਮੇਲਨ ਹੋਇਆ ਉੱਥੇ ਬੈਠੇ ਸੀ, ਉੱਥੇ ਉਹ ਕਿਤੇ ਮਾਨ ਸਾਹਿਬ ਦੇ ਮੂਹਰੇ ਹੋ ਗਿਆ, ਮਾਨ ਸਾਹਿਬ ਨੇ ਗੋਡਾ ਮਾਰਿਆ, ਖਹਿਰਾ ਸਾਹਿਬ ਉਹਦੇ ਨਾਲ ਬੈਠੇ ਆ। ਠੀਕ ਹੈ, ਤੁਸੀਂ ਹੁਣ ਇਹ ਚੰਗੇ ਆਗੂ ਦੀ ਕੋਈ ਹਰਕਤ ਹੈ? ਤੁਹਾਡੇ ਕੋਲ ਕਿੰਨੀ ਨਿਮਰਤਾ ਜੀ? ਮਾਨ ਸਾਹਿਬ ਜੀ ਜਾਂ ਉਹਨਾਂ ਦੇ ਬੇਟੇ ਦੀ ਗੱਲ ਕਰ ਰਹੇ ਹੋ, ਸ਼ਰਾਬ ਦੀਆਂ ਫੈਕਟਰੀਆਂ ਨੇ, ਕਿੱਥੇ ਨੇ ਉਹ ਫੈਕਟਰੀਆਂ? ਕਦੇ ਦੇਖੀਆਂ ਨੇ? ਕਿਸੇ ਨੇ ਸੁਣਿਆ ਕਿੱਥੇ ਨੇ ਉਹ ਫੈਕਟਰੀਆਂ? ਮਾਨ ਸਾਹਿਬ ਦੀਆਂ ਨਸ਼ੇ ਦੀਆਂ ਫੈਕਟਰੀਆਂ ਨੇ, ਸ਼ਰਾਬ ਦੀਆਂ ਫੈਕਟਰੀਆਂ ਨੇ, ਉਹ ਫੈਕਟਰੀਆਂ ਪਤਾ ਵੀ ਨੇ ਤੁਹਾਨੂੰ ਹੈ ਕਿੱਥੇ ਨੇਗੀਆਂ? ਮੈਨੂੰ ਪਬਲਿਸਿਟੀ ਦੀ ਲੋੜ ਨਹੀਂ ਨਾ, ਫੋਕੀ ਬਾਬਾ ਦੀ ਲੋੜ ਹੈ। ਮੇਰੇ ਕੋਲ ਬਾਬਾ ਉੱਦਾਂ ਹੀ ਬਹੁਤ ਹੈ। ਲੈਟਰ ਪੈਡ 'ਤੇ ਸਾਈਨ ਕਰਨ ਦੇ 6 ਲੱਖ ਰੁਪਏ ਉਹਨਾਂ ਨੇ ਲਿਆ ਹੋਇਆ, ਜਿਹੜੀ ਚਿੱਠੀ ਨੇ ਦਿੱਤੀ ਆ ਰਿਫਿਊਜੀ ਕੇਸਾਂ ਨੂੰ ਪੱਕਾ ਕਰਾਉਣ ਬਾਅਦ, ਜਿਹੜੇ ਇੰਡੀਅਨ ਬੰਦੇ ਗਏ ਨੇ ਅਮਰੀਕਾ ਵਿੱਚ ਵੀ ਦਿੱਤੀ ਆ। ਅਤੇ ਉਹ ਪੈਸੇ ਕਿਹਦੇ ਕੋਲੇ ਆ ਜੀ? ਮਾਨ ਸਾਹਿਬ ਨੇ ਪਹਿਲਾਂ ਗ੍ਰਿਫਤਾਰ ਵੀ ਕੀਤਾ, ਬਾਅਦ ਵਿੱਚ ਸਰੇਆਮ 2 ਗੋਲੀਆਂ ਮਾਰੀਆਂ ਉਹਨਾਂ ਨੇ, 2 ਬੰਦੇ ਮਾਰੇ, ਫਿਰ ਦੂਜੇ ਪੁਲਿਸ ਵਾਲਿਆਂ ਨੇ ਉਹ ਬੰਦੇ ਮਾਰੇ ਆ। ਇਹ ਇਕੱਲਾ ਕੇਸ ਨਹੀਂ, ਪਰ ਤਾਂ ਹੋਰ ਵੀ ਖੁੱਲ੍ਹਣਗੀਆਂ। ਪਰ ਇਹ ਗੱਲ ਕਹੂੰਗਾ, ਮਾਨ ਸਾਹਿਬ ਉਹਨਾਂ ਦੀ ਫੋਟੋ ਦੇ ਪਿੱਛੇ ਖੜ੍ਹ ਕੇ ਕੰਮ ਕਰਦੇ ਆ। ਸੰਤ ਜਰਨੈਲ ਸਿੰਘ ਵਾਲਾ ਕਿਰਦਾਰ 1% ਵੀ ਹੈ ਨਹੀਂ। ਖਾਲਿਸਤਾਨ ਦੇ ਨਾਂ 'ਤੇ ਫੰਡ ਇਕੱਠੇ ਕਰਦੇ ਆ ਬੰਦੇ। ਇਲੈਕਸ਼ਨ ਵਿੱਚ ਵੀ ਇਹਨਾਂ ਨੂੰ ਜਿੱਤ ਹਾਰ ਦਾ ਕੋਈ ਮਤਲਬ ਨਹੀਂ, ਉੱਥੇ ਹੀ ਫੰਡ ਇਕੱਠੇ ਕਰਨ ਤੱਕ ਮਤਲਬ ਹੈ। ਉਹਦੇ ਘਰ ਗਿਆ, ਉਹਨੇ ਵੀਡੀਓ ਵਾਇਰਲ ਕੀਤੀ ਆ। ਪਤਾ ਨਹੀਂ ਮਾਨ ਸਾਹਿਬ ਨੂੰ ਫੋਨ 'ਤੇ ਮੂਸੇਵਾਲੇ ਨੇ ਕੀ ਗੱਲ ਕਹੀ ਹੈ ਕੀ ਨਹੀਂ ਕਹੀ, ਬਸ ਹਾਂ ਬਾਪੂ ਜੀ ਮਿਲੋਗੇ, ਮੈਂ ਤੁਹਾਡੇ ਪ੍ਰਚਾਰ ਲਈ। ਇਹ ਗੱਲ ਤਾਂ ਨਹੀਂ ਸਾਹਮਣੇ ਆਈ। ਇਹ ਤਾਂ ਜਸਕਰਨ ਸਿੰਘ ਕਹਿ ਰਿਹਾ। ਮਾਨ ਸਾਹਿਬ ਨੇ ਪ੍ਰਚਾਰ ਕਰਦੀ, ਉਹ ਵੀਡੀਓ ਵਾਇਰਲ ਕਰਦੀ ਵੀ ਮੂਸੇਵਾਲਾ ਸਾਡੇ ਪ੍ਰਚਾਰ ਲਈ ਆਉਣਾ ਚਾਹੁੰਦਾ ਸੀ, ਅਤੇ ਉਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ। ਸਿੱਖਾਂ ਖਾਤਰ ਲੜ ਰਿਹਾ, ਮੈਂ ਮੁਸਲਮਾਨਾਂ ਖਾਤਰ ਲੜ ਰਿਹਾ, ਮੈਂ ਖਾਲਿਸਤਾਨ ਖਾਤਰ ਲੜ ਰਿਹਾ, ਫਿਰ ਹੋਰ ਕੌਮ ਦੀ ਗੱਲ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ? ਠੱਠੇ ਖੂਹ ਵਿੱਚ ਪਾਉਣ ਵਾਲੀਆਂ ਗੱਲਾਂ ਕਰਦੇ ਆ। 1 ਸਾਲ ਦਾ ਸਮਾਂ ਰਹਿ ਗਿਆ, ਉਹਨਾਂ ਕੋਲ ਬੜਾ ਸਮਾਂ ਹੈ ਨਹੀਂ। ਠੀਕ ਹੈ, ਉੱਥੇ ਵੀ ਸਿਰਫ ਪੈਸੇ ਇਕੱਠੇ ਕਰਨੇ ਆ, ਹੋਰ ਕੁਝ ਨਹੀਂ ਹੋਣਾ। ਪਹਿਲਾਂ ਵੀਡੀਓ ਤਾਂ ਵਾਇਰਲ ਹੋ ਚੁੱਕੀਆਂ। ਮਾਨ ਸਾਹਿਬ ਨੇ ਕਿਹਾ ਦਾਦੂਵਾਲ ਲੈ ਗਿਆ, ਦਾਦੂਵਾਲ ਨੇ ਕਿਹਾ ਮਾਨ ਸਾਹਿਬ ਲੈ ਗਿਆ, ਕੋਈ ਜੰਡਾਲਾ ਲੈ ਗਿਆ, ਕੋਈ ਕੁਛ ਹੋਰ ਲੈ ਗਿਆ। ਇਹ ਇੱਦਾਂ ਹੀ ਕਹੀ ਜਾਂਦੇ ਆ। ਮੈਂ ਤਾਂ ਰਹਿਦਾ ਮੇਰੀ ਗੱਲ ਕਰੂੰਗਾ, ਮੈਨੂੰ ਮਾਨ ਸਾਹਿਬ ਦਾ ਕੀ ਮਤਲਬ ਹੈ? ਮੈਂ ਵੀ ਇੱਕ ਸਿੱਖ ਹੈਗਾ, ਕੱਲ੍ਹ ਨੂੰ ਮੇਰੇ 'ਤੇ ਵੀ ਸਵਾਲ ਉੱਠੂਗਾ। ਹੁਣ ਮੈਨੂੰ ਕਮੈਂਟਾਂ ਵਿੱਚ ਲੋਕ ਕਹਿੰਦੇ ਇਹ ਘਰ ਦੀ ਸ਼ਰਾਬ ਪੀਂਦਾ, ਜੇ ਤੋਂ ਸ਼ਰਾਬ ਫੜੇਗੀ ਫਲਾਣਾ, ਇੱਦਾਂ ਲੋਕਾਂ ਨੇ ਇਲਜ਼ਾਮ ਲਾਏ। ਮਾਨ ਸਾਹਿਬ ਇੱਕ ਲੀਡਰ ਹੀ ਹੈ ਸਿੱਖ ਕੌਮ ਦੇ ਵਿੱਚ, ਹੋਰ ਮਾਨ ਸਿੰਘ ਕਾਲਸਾ ਦਸਹਿਰ ਥੋੜ੍ਹੀ ਹੈ, ਕੋਈ ਜਸਵੰਤ ਕਿਹੜੇ ਪ੍ਰਧਾਨ ਥੋੜ੍ਹੀ ਬਣਿਆ। ਉਹ ਤਾਂ ਕੌਮ ਦੇ ਨਾਂ 'ਤੇ 3 ਵਾਰੀ ਉਹਨੂੰ MP ਬਣਾ ਤਾ। ਸੰਤ ਜਰਨੈਲ ਸਿੰਘ ਸ਼ਹੀਦ ਹੋ ਗਏ ਨੇ, ਅਤੇ ਉਹ ਕੁਰਬਾਨੀ ਦਾ ਮੁੱਲ ਪਿਆ। ਠੀਕ ਹੈ, ਲੋਕਾਂ ਨੇ ਕੁਰਬਾਨੀ ਦਾ ਮੁੱਲ ਪਾਇਆ ਸੀਗਾ। ਮੈਂ ਉਹੀ ਗੱਲ ਕਰਦਾ, ਉਸੇ ਖਾੜਕੂ ਲਹਿਰ ਵਿੱਚ ਉਹ ਬੰਦੇ ਵੀ ਸੀ ਜਿਨ੍ਹਾਂ ਦੀ ਦਾੜੀ ਕੇਸ ਹੈ ਨਹੀਂ ਸੀ। ਅੱਜ ਵੀ ਉਹ ਸਾਡੇ ਬੰਦੇ ਸ਼ਹੀਦ ਹੈਗੇ ਜਿਨ੍ਹਾਂ ਦੇ ਦਾੜੀ ਕੇਸ ਨਹੀਂ ਸੀ, ਅੰਮ੍ਰਿਤ ਨਹੀਂ ਛਕਿਆ ਸੀ। ਠੀਕ ਹੈ, ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਕੱਲਾ ਸਿੱਖ ਹੀ ਸ਼ਹੀਦ ਹੈ, ਅੰਮ੍ਰਿਤਧਾਰੀ ਸ਼ਹੀਦ ਹੈ। ਠੀਕ ਹੈ ਨਾ, ਮੈਂ ਤੁਹਾਨੂੰ ਪਹਿਲਾਂ ਦੱਸਿਆ ਸਿੱਧੂ ਮੂਸੇਵਾਲੇ ਦੀ ਬਹੁਤ ਚਰਚਾ ਸੀ। ਠੀਕ ਹੈ, ਭਾਵੇਂ ਮਰਨ ਤੋਂ ਪਹਿਲਾਂ ਲੋਕ ਗਾਲਾਂ ਕੱਢਦੇ ਸੀ, ਮਰਨ ਤੋਂ ਬਾਅਦ ਉਹਦੀ ਚਰਚਾ ਬਹੁਤ ਜ਼ਿਆਦਾ ਹੋਈ ਹੈ ਲੋਕ, ਕਿਉਂਕਿ ਕੁਝ ਗਾਣੇ ਉਹਦੇ ਐਸੇ ਸੀਗੇ ਜਿਹੜੇ ਗਾਣੇ ਤੋਂ ਲੋਕ ਪ੍ਰਭਾਵਿਤ ਸੀ। ਮੈਂ ਵੀ ਪ੍ਰਭਾਵਿਤ ਹੋਇਆ ਇਸ ਗੱਲ ਦਾ, ਕੋਈ ਸ਼ੱਕ ਨਹੀਂ। ਉਹ ਕਲਮ ਦਾ ਧਨੀ ਸੀ ਬੰਦਾ। ਨਹੀਂ, ਜਦੋਂ ਹਵਾਰੇ ਵਰਗਿਆਂ ਨੇ ਬੰਬ ਸੁੱਟਿਆ ਉਦੋਂ ਕਿੰਨੇ ਬੰਦੇ ਮਰੇ ਸੀ? ਜਵਾਬ ਦੇਵੋਗੇ ਤੁਸੀਂ? ਕਿੰਨੇ ਬੰਦੇ ਮਰੇ? ਤੁਸੀਂ ਦੱਸ ਦਿਓ। 17 ਬੰਦੇ ਮਰੇ, ਪੁਲਿਸ ਵਾਲੇ ਮਰੇ ਨਾਲ। ਫਿਰ ਉਹਨੂੰ ਅੱਤਵਾਦੀ ਕਹੋ ਤੁਸੀਂ। ਜਦੋਂ ਉਹ ਅੱਤਵਾਦੀ, ਉਹਨਾਂ ਨੂੰ ਲੋਕ ਕਹਿੰਦੇ ਤੁਹਾਡੇ ਮਿਰਚਾਂ ਲੱਗਦੀਆਂ, ਫਿਰ ਜਵਾਬ ਇਹ ਜਵਾਬ ਦਿਓ ਨਾ ਤੁਸੀਂ। ਜੇ ਉਹ ਤਾਂ ਬੰਬ ਸੁੱਟਿਆ ਸੀ ਕੰਨ ਖੋਲ੍ਹਣ ਵਾਸਤੇ, ਉਹਦੇ ਨਾਲ ਕੋਈ ਬੰਦਾ ਵੀ ਨਹੀਂ ਮਰਿਆ। ਜਿਹੜੇ ਹਵਾਰੇ ਵਰਗਿਆਂ ਨੇ ਬੰਬ ਸੁੱਟ ਕੇ ਬੰਦ ਸਿੰਘ ਨੂੰ ਮਾਰਿਆ, ਮੈਂ ਬੁੱਚੜ ਕਹਿ ਦਿੰਦਾ ਤੁਹਾਡੇ ਕਹਿਣ ਮੁਤਾਬਕ, ਉਹਨੂੰ ਬੁੱਚੜ ਹੀ ਸੀ, ਹੈ ਨਾ। ਉਹਨੇ ਸਾਡੇ ਸਿੱਖਾਂ ਨੂੰ, ਹੈ ਨਾ, ਖੋ ਕੇ ਮਾਰਿਆ, ਨੌਜਵਾਨੀ ਨੂੰ, ਹੈ ਨਾ। ਅਤੇ ਫਿਰ ਉਹਨੂੰ ਵੀ ਅੱਤਵਾਦੀ ਕਹੋ, ਫਿਰ ਉਹਦੇ ਨਾਲ ਤਾਂ ਬੰਦੇ ਮਰੇ ਆ। ਮਾਨ ਸਾਹਿਬ ਭਗਤ ਸਿੰਘ ਨੂੰ ਅੱਤਵਾਦੀ ਇਸ ਕਰਕੇ ਕਹਿੰਦੇ ਆ ਕਿ ਅਸੈਂਬਲੀ 'ਚ ਬੰਬ ਸੁੱਟਿਆ, ਪਰ ਮਾਨ ਸਾਹਿਬ ਕਦੇ ਨਾ ਕਦੇ ਤਾਂ ਇਹ ਕਹਿੰਦੇ ਆ ਨਾ ਕਿ ਮੈਂ ਇਸ ਸੰਵਿਧਾਨ ਨੂੰ ਨਹੀਂ ਮੰਨਦਾ, ਇਸ ਦੇਸ਼ ਨੂੰ ਦੇਸ਼ ਨਹੀਂ ਮੰਨਦਾ। ਫਿਰ ਤਾਂ ਨਜ਼ਾਰਾ ਆਉਂਦਾ ਨਾ ਗੱਲ ਦਾ। ਤੁਸੀਂ ਉੱਥੇ ਤਾਂ ਤੁਸੀਂ ਉਹਨੂੰ ਕਹਿੰਦੇ ਵੀ ਉਹ ਅੱਤਵਾਦੀ ਆ, ਅਸੈਂਬਲੀ ਵਿੱਚ ਬੰਬ ਸੁੱਟਿਆ, ਅੱਤਵਾਦੀ ਬਣਾ ਰਹੇ ਹੋ। ਉਸੇ ਅਸੈਂਬਲੀ ਦੇ ਸੰਵਿਧਾਨ ਤੁਸੀਂ ਮੰਨਦੇ ਨਹੀਂ, ਅਤੇ ਉਸੇ ਦੇ ਅੰਡਰ ਤੁਸੀਂ ਸਹੁੰ ਖਾ ਰਹੇ ਹੋ। ਸੰਤ ਜਰਨੈਲ ਸਿੰਘ ਉਸ ਵਕਤ ਮੁੱਖ ਮੰਤਰੀ ਬਣ ਸਕਦੇ ਸੀ ਪੰਜਾਬ ਦੇ, ਜਿਹੜਾ ਮਾਹੌਲ ਸਿਰਜਿਆ ਸੀ ਉਸ ਵਕਤ। ਪਤਾ ਜੇ ਉਹਨਾਂ ਨੇ ਗੰਦੀ ਰਾਜਨੀਤੀ ਨੂੰ ਠੋਕਰ ਮਾਰੀ ਆ, ਅਤੇ ਜੇ ਫਿਰ ਇੰਨੀ ਅਣਖ ਹੈ ਕਿ ਤੇ ਮਾਰ ਦੇਵੇ ਠੋਕਰ, ਫਿਰ MP ਵਾਸਤੇ ਲੈ ਲੈਣੀਆਂ ਕਿਉਂ ਕੱਢੀਆਂ? ਉਹਦੀ ਮੌਤ 'ਤੇ ਨਾਚ ਹੋਇਆ। ਉਹਨੇ ਇੱਕ ਬਿਆਨ ਵਿੱਚ ਕਿਹਾ ਵੀ ਹੈ, ਕਹਿੰਦਾ ਸਿੱਧੂ ਮੂਸੇਵਾਲੀ ਮੌਤ ਦਾ ਮੈਨੂੰ ਬਹੁਤ ਵੱਡਾ ਸਹਾਰਾ ਮਿਲਿਆ। ਇਹ ਗੱਲ ਉਹਨੇ ਕਹੀ ਹੈ ਬਿਆਨ ਵਿੱਚ। ਫਰਕ ਪਿਆ, ਕਹਿੰਦਾ ਉਹਦੇ ਨਾਲ ਮੇਰੀ ਜਿੱਤ ਹੋਈ ਹੈ। ਉਹਨੇ ਇਹ ਗੱਲ ਕਹੀ ਹੈ, ਕਹਿਣਾ ਬਣਦਾ ਸੀ। ਮੈਨੂੰ ਕੱਲ੍ਹ ਕਿਸੇ ਬੰਦੇ ਨੇ ਕਮੈਂਟ ਕੀਤਾ, ਕਹਿੰਦੇ ਜੇ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਪਿਤਾ ਹਾਂ ਕਰ ਦਿੰਦੇ ਇਲੈਕਸ਼ਨ ਲਈ, ਫਿਰ ਮਾਨ ਸਾਹਿਬ ਦਾ ਕੀ ਹੁੰਦਾ? ਫਿਰ ਇਹ ਗੱਲਾਂ ਕਰਦਾ। ਉਹਦਾ ਗੱਲ ਕਰ ਸਿਵਾ ਵੀ ਠੰਡਾ ਨਹੀਂ ਹੋਇਆ ਸੀ। ਅਗਲਾ ਕਹਿੰਦਾ ਯਾਰ ਮੈਨੂੰ ਤੁਸੀਂ ਇਲੈਕਸ਼ਨ ਲੜਾਉਣ ਵਾਸਤੇ ਕਹਿ ਰਹੇ ਹੋ। ਉੱਧਰੋਂ ਕਾਂਗਰਸ ਨੇ ਕਹਿੰਦਾ ਅਸੀਂ ਲੜਾਵਾਂਗੇ, ਉੱਧਰੋਂ ਇਹ ਕਹਿੰਦੇ ਸਾਡੇ ਲਈ ਪ੍ਰਚਾਰ ਲਈ ਆਊਗਾ।
ਇਹ ਦੋਗਲੀ ਨੀਤੀ ਤੇ ਹੋਰ ਕੀ ਆ? ਆਪਣੇ ਉਹਦੀ ਮੌਤ ਦਾ ਕ੍ਰੈਡਿਟ ਲੈਣ ਵਾਸਤੇ ਤੁਸੀਂ ਇਹ ਗੱਲ ਕੀਤੀ। ਤੁਸੀਂ ਇੱਕ ਪਾਸੇ ਕਹਿੰਦੇ ਜਰਨੈਲ ਹੈ, ਜਰਨੈਲ ਨੂੰ ਜਰਨੈਲ ਕਹਿ ਦਿਓ ਵੀ ਤੇ ਆ ਨਾ ਹੈ। ਕੱਲ੍ਹ ਹੀ ਫੂਲਾ ਸਿੰਘ ਹੋਏ ਆ, ਮਹਾਰਾਜਾ ਰਣਜੀਤ ਸਿੰਘ ਵਰਗੇ ਹੋਏ ਆ, ਉਹ ਜਰਨੈਲ ਸੀਗੇ। ਕਿਤੇ ਉਹਨਾਂ ਦੇ ਮਤਭੇਦ ਹੋਣਗੇ ਆਵੇ ਦੀ, ਪਹਿਲੇ ਜੰਗ ਵਾਸਤੇ ਕਿਹਾ ਉਹਨਾਂ ਨੇ ਵੀ ਤੂੰ ਨਾ ਆਈ, ਠੀਕ ਹੈ, ਤੇ ਉਹ ਸਿੱਧੇ ਕਹਿੰਦੇ ਨਾ ਮੈਨੂੰ ਤਾਂ ਕਿਹਾ ਨਹੀਂ, ਤੂੰ ਘਰੇ ਰਹਿ। ਤੇ ਹੁਣ ਕੀ ਕਹੋਗੇ ਤੁਸੀਂ? ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਦਿੱਤਾ ਹੋਇਆ ਇੱਕ ਵਿਵਾਦਿਤ ਬਿਆਨ ਥੰਮਣ ਦਾ ਨਾਂ ਨਹੀਂ ਲੈ ਰਿਹਾ। ਜੇਕਰ ਗੱਲ ਕਰ ਲਈਏ, ਕਦੇ ਕੋਈ ਪੱਗ ਲਾਉਣ ਦੀ ਗੱਲ ਕਰਦਾ ਹੈ, ਕਦੇ ਕੋਈ ਕਹਿੰਦਾ ਹੈ ਕਿ ਮਾਨ ਸਾਹਿਬ ਤੁਹਾਨੂੰ ਕਿਹੜਾ ਸਰੋਪਾ ਦੇਣਾ ਪਊਗਾ ਠੰਡੇ ਕਰਨ ਵਾਸਤੇ। ਇੱਦਾਂ ਦੀ ਹੀ ਜੇਕਰ ਗੱਲ ਕਰੀਏ ਤਾਂ ਇਹਨਾਂ ਵਿਵਾਦਾਂ ਦੇ ਉੱਪਰ ਜੇਕਰ ਚਰਚਾ ਕਰਨ ਦੀ ਗੱਲ ਕਰੀਏ ਤਾਂ ਅੱਜ ਅਸੀਂ ਸ਼ਹੀਦ ਭਗਤ ਸਿੰਘ ਪਾਰਕ ਦੇ ਵਿੱਚ ਖੜੇ ਹਾਂ। ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਦੱਸਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ। ਕੋਈ ਵਿਅਕਤੀ ਹੈ ਜਿਹੜਾ ਉਹ ਸ਼ਹੀਦ ਮੰਨਦਾ ਹੈ ਤੇ ਕੋਈ ਅੱਤਵਾਦੀ ਮੰਨਦਾ ਹੈ। ਵਿਚਾਰਾਂ ਦੇ ਮਤਭੇਦ ਨੇ। ਸਰਦਾਰ ਭਗਤ ਸਿੰਘ ਦੇ ਨਾਂ ਦੇ ਉੱਪਰ ਜਿਹੜੀਆਂ ਨੇ ਸੰਸਥਾ ਪਾਰਕਾਂ ਬਣਾਉਂਦੀਆਂ ਨੇ, ਐਜੂਕੇਸ਼ਨ ਸੈਕਟਰ ਦੇ ਵਿੱਚ ਜਿਹੜੀਆਂ ਨੇ ਭਗਤ ਸਿੰਘ ਦੇ ਨਾਂ ਦੇ ਉੱਤੇ ਅੱਗੇ ਵਧਦੀਆਂ ਨੇ, ਪਰ ਮਾਨ ਸਾਹਿਬ ਕਹਿੰਦੇ ਮੇਰੀ ਨਿਗਾਹ ਦੇ ਵਿੱਚ ਅੱਤਵਾਦੀ ਹੈ। ਇਸੇ ਵਿਸ਼ੇ ਦੇ ਉੱਪਰ ਚਰਚਾ ਕਰਨ ਦੇ ਲਈ ਅੱਜ ਜੇਕਰ ਆਪਾਂ ਗੱਲ ਕਰੀਏ ਤਾਂ ਸਾਡੇ ਨਾਲ ਗਿਆਨੀ ਬੂਟਾ ਸਿੰਘ ਜੀ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗਿਆਨੀ ਸਾਹਿਬ, ਜੇਕਰ ਆਪਾਂ ਗੱਲ ਕਰ ਲਈਏ ਤਾਂ ਸਰਦਾਰ ਮਾਨ ਸਾਹਿਬ ਨੇ ਕਹਿੰਦੇ ਅੱਤਵਾਦੀ ਹੈ। ਉਦੋਂ ਬਾਅਦ ਹੁਣ ਜੇਕਰ ਗੱਲ ਕਰ ਲਈਏ ਤਾਜ਼ੇ ਹਾਲਾਤਾਂ ਦੀ ਤਾਂ ਮਾਨ ਸਾਹਿਬ ਦੇ ਬੇਟਾ ਜੀ ਨੇ ਕਹਿਤਾ, ਕਹਿੰਦੇ ਜੀ ਤੁਸੀਂ ਜਿਹੜੀ ਸ਼ਹੀਦ ਸਿੰਘ ਦੀ ਫੋਟੋ ਹੈ ਉਹ ਉਤਾਰ ਦਿਓ। ਦੇਖੋ, ਮੈਂ 2-3 ਇੰਟਰਵਿਊ ਪਹਿਲਾਂ ਵੀ ਕਰ ਚੁੱਕਾ, ਤੁਹਾਨੂੰ ਮੈਂ ਸਪਸ਼ਟ ਕਰ ਦਿੰਦਾ ਤੁਹਾਡੇ ਚੈਨਲ ਰਾਹੀਂ। ਕੋਈ ਬੰਦਾ ਅੱਤਵਾਦੀ ਹੈ, ਕੋਈ ਬੰਦਾ ਸ਼ਹੀਦ ਹੈ, ਉਹ ਆਪਣੀ ਜਗ੍ਹਾ ਤੇ ਸਹੀ ਹੈ, ਠੀਕ ਹੈ। ਮਾਨ ਸਾਹਿਬ ਨੇ ਬਿਆਨ ਦਿੱਤਾ ਕਿ ਉਹ ਅੱਤਵਾਦੀ ਹੈ, ਤੇ ਜੋ ਸ਼ਹੀਦ ਨਹੀਂ ਮੰਨਦੇ ਨਾ ਮੰਨਣ, ਪਰ ਅੱਤਵਾਦੀ ਕਹਿਣ ਦਾ ਉਹਨਾਂ ਦੇ ਕੋਲੇ ਕੋਈ ਅਧਿਕਾਰ ਨਹੀਂ ਹੈਗਾ, ਕਿਉਂਕਿ ਸਾਡੇ ਦੇਸ਼ ਨੂੰ, ਭਾਰਤ ਨੂੰ, ਇੰਡੀਆ ਨੂੰ ਉਹਨਾਂ ਨੇ ਆਜ਼ਾਦ ਕਰਵਾਇਆ, ਉਹ ਸ਼ਹੀਦ ਨੇ। ਕੱਲ੍ਹ ਇੱਕ ਮੈਂ ਇੰਟਰਵਿਊ ਦੇ ਵਿੱਚ ਸੁਣ ਰਿਹਾ ਸੀ ਕਿਸੇ ਤੋਂ, ਉਹ ਕਹਿੰਦੇ ਜੀ ਅੱਧੇ ਲੋਕ ਭਗਤ ਸਿੰਘ ਨੂੰ ਸ਼ਹੀਦ ਕਹਿੰਦੇ, ਅੱਧੇ ਲੋਕ ਅੱਤਵਾਦੀ ਕਹਿੰਦੇ। ਅੱਧੇ ਹੀ ਨਹੀਂ ਕਹਿੰਦੇ ਜੀ, ਮੈਂ ਸਿਰਫ ਸਪਸ਼ਟ ਕਰ ਦਿੰਦਾ, ਜਿਹੜੇ ਮਾਨ ਦਲ ਦੇ ਬੰਦੇ ਆ ਉਹ ਕਹਿੰਦੇ ਆ, ਕੁਝ % ਨੇ, ਉਹਦੇ ਵਿੱਚ 5-7 ਲਾ ਲਓ, ਇਹ ਤੋਂ ਵੱਧ ਨਹੀਂ ਕਹਿੰਦੇ। ਸਾਰੇ ਸ਼ਹੀਦ ਮੰਨਦੇ ਆ ਸਰਦਾਰ ਭਗਤ ਸਿੰਘ ਨੂੰ। ਗੱਲ ਮੈਂ ਕਰ ਰਿਹਾ ਮਾਨ ਸਾਹਿਬ ਦੇ ਬੇਟੇ ਦੀ। ਉਹਨਾਂ ਨੇ ਕਿਹਾ ਕਿ ਭਗਤ ਸਿੰਘ ਦੀਆਂ ਫੋਟੋਆਂ ਨੇ ਜਿਹੜੀਆਂ ਉਹ ਉਤਾਰ ਦਿਓ। ਨਹੀਂ, ਜਿਹੜਾ ਉਹਦਾ ਬੇਟਾ ਇਹਨਾਂ ਨੇ ਬਿਆਨ ਦਿੱਤਾ ਉਹ ਵੀ ਬਹੁਤ ਵਿਵਾਦਿਤ ਬਿਆਨ ਹੈ, ਠੀਕ ਹੈ ਜੀ। ਉਹਦਾ ਕੋਈ ਹੱਥ ਪੱਲਾ ਨਹੀਂ ਹੈਗਾ ਤੇ ਉਹ ਬਿਲਕੁਲ ਫਜ਼ੂਲ ਬਾਤ ਹੈ। ਮੈਂ ਕੱਲ੍ਹ ਵੀ ਕਿਹਾ ਸੀ, ਅੱਜ ਵੀ ਤੁਹਾਨੂੰ ਕਹਿ ਦੇਣਾ, ਜਿਹੜੀ ਅਜਾਇਬ ਘਰ ਵਿੱਚੋਂ ਤਸਵੀਰ ਫੋਟੋ ਲਾਉਣੀ ਹੈ ਨਾ ਜੀ, ਤੇ ਉਹ ਅਕਾਲ ਤਖਤ ਸਾਹਿਬ ਤੇ ਇੱਕ ਕਹਿ ਲਈਏ ਸਾਨੂੰ ਮਨਜ਼ੂਰੀ ਲੈਣੀ ਪੈਣੀ ਆ। ਉਹ ਕੀ ਕਹਿੰਦੇ ਆ, ਉਹਨਾਂ ਦਾ ਵਿਚਾਰ ਕੀ ਕਹਿੰਦਾ, ਸਾਡੀ ਕੌਮ ਕੀ ਕਹਿੰਦੀ ਆ, ਠੀਕ ਹੈ, ਐਜ ਸਪੈਸੀ ਮੈਂਬਰ ਕੀ ਕਹਿੰਦੀ ਆ, ਸ਼੍ਰੋਮਣੀ ਕਮੇਟੀ ਕੀ ਕਹਿੰਦੀ ਹੈ, ਉਹਦੇ ਮੁਤਾਬਕ ਹੋਊਗਾ। ਮਾਨ ਸਾਹਿਬ ਦੇ ਮੁੰਡੇ ਦੇ ਕਹਿਣ ਮੁਤਾਬਕ ਤਾਂ ਤਸਵੀਰ ਨਹੀਂ ਲਾਹੀ ਜਾ ਸਕਦੀ। ਹਾਂ, ਜੇ ਤੁਸੀਂ ਦਫਾੜ ਕਰਨਾ ਚਾਹੁੰਦੇ ਸਾਡੇ ਪੰਜਾਬ ਨੂੰ ਜਾਂ ਸਾਡੀ ਕੌਮ ਨੂੰ ਜਾਂ ਇੰਡੀਆ ਦੇ ਸਿਧਾਂਤ ਨੂੰ, ਹੈ ਨਾ, ਤਾਂ ਫਿਰ ਤੁਸੀਂ ਲਾ ਸਕਦੇ ਹੋ, ਠੀਕ ਹੈ। ਪਰ ਉਹ ਤਸਵੀਰ ਲਾਉਣ ਦੇ ਨਾਲ ਹੋਰ ਅੱਗ ਭਖਣੀ ਹੈ ਜੀ, ਮਸਲਾ ਹੋਰ ਭਖਣਾ, ਉਹ ਠੰਡਾ ਨਹੀਂ ਹੋਣਾ, ਠੀਕ ਹੈ। ਜੇ ਆਪਾਂ ਗੱਲ ਕਰ ਲਈਏ ਤਾਂ ਮਾਨ ਸਾਹਿਬ ਕਹਿੰਦੇ ਅੱਤਵਾਦੀ ਹੈ, ਤੁਸੀਂ ਕਹਿੰਦੇ ਹੋ ਕਿ ਮਾਨ ਸਾਹਿਬ ਦਾ ਜਿਹੜਾ ਦਲ ਹੈ ਉਹ ਸਿਰਫ ਭਗਤ ਸਿੰਘ ਨੂੰ ਅੱਤਵਾਦੀ ਮੰਨਦਾ ਹੈ। ਅੱਜ ਆਪਾਂ ਜਿੱਥੇ ਬੈਠੇ ਹਾਂ, ਜੇਕਰ ਭਗਤ ਸਿੰਘ ਅੱਤਵਾਦੀ ਹੈ ਤਾਂ ਮੈਨੂੰ ਲੱਗਦਾ ਕਿ ਇਹ ਪਾਰਕ ਹੋਣੀ ਜ਼ਰੂਰੀ ਨਹੀਂ ਹੈ, ਇਸ ਪਾਰਕ ਦਾ ਨਾਮ ਵੀ ਚੇਂਜ ਕਰਨਾ ਜ਼ਰੂਰੀ ਹੈ। ਦੇਖੋ, ਜੇ ਤੁਸੀਂ ਉਹਨੂੰ ਅੱਤਵਾਦੀ ਕਿਹਾ ਫਿਰ ਤਾਂ ਇਹਦਾ ਨਾਮ ਵੀ ਅੱਤਵਾਦੀ ਰੱਖੋ ਜੀ, ਤੁਸੀਂ, ਤੁਹਾਨੂੰ ਰੱਖਣਾ ਪੈਣਾ ਮੋੜ ਕੇ, ਠੀਕ ਹੈ। ਗਵਰਨਮੈਂਟ ਨੂੰ ਵੀ ਸਵਾਲ ਜਾਊਗਾ, ਜਿਨ੍ਹਾਂ ਨੇ ਗਰੰਟਾਂ ਦੇ ਕੇ ਪਾਰਕਾਂ ਬਣਾਈਆਂ ਨੇ, ਜਿਹੜੇ ਬਣਾਉਣ ਫਿਰ ਉਹਨਾਂ ਨੂੰ ਵੀ ਕਹਿਣਾ ਪਊਗਾ, ਠੀਕ ਹੈ। ਉਹਨਾਂ ਦੇ ਕਹਿਣ ਮੁਤਾਬਕ ਨਹੀਂ ਜੀ। ਮੈਂ ਫਿਰ ਤੁਹਾਨੂੰ ਕਹਿ ਦਿੰਦਾ, ਮਾਨ ਦਲ ਦੇ ਕੁਝ ਬੰਦੇ ਆ, ਮਾਨ ਦਲ ਦੇ ਬੰਦੇ ਨਾਲ ਮੇਰਾ ਵੀ ਭਾਈਚਾਰਕ ਸਾਂਝ ਹੈਗੀ ਆ, ਗੁਰਮਤਿ ਤੌਰ 'ਤੇ, ਸਿੱਖੀ ਤੌਰ 'ਤੇ ਸਾਂਝ ਹੈਗੀ ਆ। ਉਹਦੇ ਵਿੱਚ ਵੀ ਕੁਝ ਬੰਦੇ ਆ ਜਿਹੜੇ ਮਾਨ ਸਾਹਿਬ ਦੇ ਪਿੱਛੇ ਖੜੇ ਆ, ਉਹ ਕਹਿ ਰਹੇ ਆ। ਮਾਨ ਸਾਹਿਬ ਦੀ ਗੱਲ ਕਰ ਲਈਏ ਤਾਂ ਮਾਨ ਸਾਹਿਬ ਨੂੰ ਲੋਕਾਂ ਨੇ ਪੰਥਕ ਲੀਡਰ ਵੱਲੋਂ ਮਰਜ ਕੀਤਾ ਹੈ, ਪੰਥਕ ਲੀਡਰ ਸਮਝ ਕੇ ਵੋਟਾਂ ਪਾਈਆਂ ਨੇ। ਕਹਿੰਦੇ ਪੰਥ ਦੇ ਲੀਡਰ ਨੇ, ਸਿੱਖ ਪੰਥ ਨੂੰ ਇਦੋਂ ਵਧੀਆ ਕੋਈ ਹੋਰ ਲੀਡਰ ਨਹੀਂ ਮਿਲਣਾ। ਪਰ ਤੁਸੀਂ ਦੋਸ਼ ਲਾਇਆ, ਕਹਿੰਦੇ ਉਹਨਾਂ ਦੀਆਂ ਸ਼ਰਾਬ ਦੀਆਂ ਫੈਕਟਰੀਆਂ ਨੇਗੀਆਂ। ਤੁਸੀਂ ਆਪਣੀ ਇੱਕ ਇੰਟਰਵਿਊ 'ਚ ਕਿਹਾ ਹੈਗਾ ਕਿ ਉਹਨਾਂ ਦੀਆਂ ਸ਼ਰਾਬ ਦੀਆਂ ਫੈਕਟਰੀਆਂ ਨੇ। ਦੇਖੋ, ਮੈਂ ਇਕੱਲਾ ਨਹੀਂ ਕਹਿ ਰਿਹਾ ਜੀ, ਇਹ ਬਹੁਤ ਬੰਦੇ ਕਹਿ ਰਹੇ ਨੇ, ਬਹੁਤ ਇੰਟਰਵਿਊ ਤੁਸੀਂ ਸੁਣ ਸਕਦੇ ਹੋ, ਉਹਨਾਂ ਨੂੰ ਉਹਦੇ ਦੋਸ਼ ਲੱਗੇ ਨੇ ਪਹਿਲਾਂ। ਦੇਖੋ, ਇਹ ਮੇਰੇ ਕਹਿਣ ਮੁਤਾਬਕ ਨਹੀਂ ਹੋਣਾ। ਜੇ ਮੈਂ ਇਲਜ਼ਾਮ ਲਾਇਆ, ਉਹਨਾਂ ਦਾ ਬੇਟਾ ਸਾਹਮਣੇ ਆ ਕੇ ਕਲੀਅਰ ਕਰ ਦੇਵੇ ਵੀ ਨਹੀਂ ਸਾਡੇ ਕੋਲ ਹੈਗਾ ਜੀ ਕੁਛ ਐਸਾ ਕੰਮ, ਸਾਡਾ ਕਾਰੋਬਾਰ ਕੀ, ਉਹ ਦੱਸ ਦੇਵੇ। ਨੰਬਰ 2, ਤੁਸੀਂ ਪੰਥਕ ਧਿਰ ਕਹਿੰਦੇ ਹੋ ਮਾਨ ਸਾਹਿਬ ਨੂੰ ਜਾਂ ਜਿਤਾਉਣ ਦੀ ਗੱਲ ਕਰਦੇ ਹੋ। ਮੈਂ ਪਹਿਲਾਂ ਵੀ ਕਿਹਾ ਸੀ, ਹੁਣ ਵੀ ਕਹਿ ਦਿੰਦਾ, ਕੌਮ ਨੇ ਨਹੀਂ ਜਿਤਾਇਆ ਜੀ, ਪੰਥ ਨੇ ਨਹੀਂ ਜਿਤਾਇਆ। ਉਹਨਾਂ ਦੀ ਮੌਤ ਦਾ ਕਾਰਨ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਹੈ। ਪੰਥ ਨੇ ਉਹਨੂੰ ਅੱਜ ਤੱਕ ਵੀ ਮੂੰਹ ਨਹੀਂ ਲਾਇਆ, ਤੇ ਜੇ ਪੰਥ ਮੂੰਹ ਲਾਉਂਦਾ ਹੁੰਦਾ, ਮੈਂ ਪਹਿਲਾਂ ਵੀ ਕਹਿੰਦਾ, ਹੁਣ ਵੀ ਕਿਹਾ, ਪਹਿਲਾਂ ਵੀ ਕਿਹਾ, ਹੁਣ ਵੀ ਕਹਿ ਦਿੰਦਾ, ਫਿਰ ਸ਼੍ਰੋਮਣੀ ਕਮੇਟੀ ਯਾਦ ਕਰਾ ਲਓ। ਜੇ ਪੰਥ ਤੁਹਾਡੇ ਨਾਲ ਇੰਨੇ ਹੀ ਖੜਾ ਹੈ ਤਾਂ ਸ਼੍ਰੋਮਣੀ ਕਮੇਟੀ ਯਾਦ ਕਰਾ ਕੇ ਦਿਖਾ ਦਿਓ, ਫਿਰ ਜੇ ਨੇ ਲੱਤਾਂ ਭਾਰ ਚੱਲਦੀਆਂ ਨੇ, ਠੀਕ ਹੈ ਨਾ। ਜੇ ਕਿਤੇ ਇਹੀ ਬਿਆਨ
ਇਲੈਕਸ਼ਨ ਹੋਣ ਤੋਂ 2 ਦਿਨ ਪਹਿਲਾਂ ਦੇ ਦਿੰਦੇ ਨਾ, ਪਤਾ ਲੱਗ ਜਾਣਾ ਸੀ ਮਾਨ ਸਾਹਿਬ ਨੂੰ ਸ਼ਹੀਦ ਭਗਤ ਸਿੰਘ ਕੌਣ ਆ। ਹਾਂ, ਇਹ ਸੱਚਾਈ ਹੈ। ਇਹ ਤੁਸੀਂ ਕਹਿੰਦੇ ਹੋ ਪੰਥ ਨੇ ਮੂੰਹ ਨਹੀਂ ਲਾਇਆ ਮਾਨ ਸਾਹਿਬ ਨੂੰ। ਮਾਨ ਸਾਹਿਬ ਨੂੰ ਪੰਥ ਨੇ ਮੂੰਹ ਕਿਉਂ ਨਹੀਂ ਲਾਇਆ? ਮਾਨ ਸਾਹਿਬ 'ਚ ਇਹੋ ਜਿਹੀਆਂ ਕਿਹੜੀਆਂ ਕਮੀਆਂ ਨੇ ਜਿਨ੍ਹਾਂ ਕਰਕੇ ਪੰਥ ਆ ਜਿਹੜਾ ਮਾਨ ਸਾਹਿਬ ਤੋਂ ਪਾਸਾ ਵੱਟ ਰਿਹਾ? ਤੁਸੀਂ ਮੈਨੂੰ ਮਾਨ ਸਾਹਿਬ ਦੀ ਜ਼ਿੰਦਗੀ ਵਿੱਚੋਂ ਇੱਕ ਕੰਮ ਗਿਣਾ ਦਿਓ, ਕੌਮ ਲਈ ਕੀਤਾ ਹੋਵੇ, ਸਮਾਜ ਲਈ ਕੀਤਾ ਹੋਵੇ, ਰਾਜਨੀਤਿਕ ਪੱਖ ਤੋਂ ਕੀਤਾ ਹੋਵੇ। ਸਭ ਤੋਂ ਵੱਡਾ ਸਾਡਾ ਜਿਹੜਾ ਵੱਡਾ ਮੁੱਦਾ ਸੀ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸੀ। ਮਾਨ ਸਾਹਿਬ ਨੇ ਉਹ ਮੁੱਦਾ ਪਹਿਲਾਂ ਚੱਕਿਆ, ਅਸੈਂਬਲੀ ਵਿੱਚ ਜਾ ਕੇ, ਸੰਸਦ ਵਿੱਚ ਜਾ ਕੇ ਚੱਕਿਆ, ਤੇ ਹੋਰ ਪਾਸੇ ਜਾ ਕੇ ਤੁਰ ਪਿਆ। ਸ਼ਹੀਦ ਭਗਤ ਸਿੰਘ ਨੂੰ ਕਬਰ ਕਰਨ ਲੱਗ ਗਿਆ, ਉਹਨੂੰ ਅੱਤਵਾਦੀ ਕਹਿ ਕੇ ਖਹਿੜਾ ਛਡਾਉਣ ਦੀ ਕੋਸ਼ਿਸ਼ ਕਰਦੇ ਆ। ਕਿੰਨਾ ਕੁ ਟਾਈਮ ਉਹਨਾਂ ਕੋਲੇ? ਸਾਲ ਇੱਕ ਰਹਿ ਗਿਆ। 1 ਸਾਲ ਦੇ ਵਿੱਚ ਤੁਸੀਂ 1-2 ਵਾਰੀ ਉੱਥੇ ਇਹ ਮੁੱਦਾ ਚੱਕਦਾ ਲੈਣਾ ਸੀ ਪੰਜਾਬ ਦੇ ਲੋਕਾਂ ਨੂੰ। ਤੁਸੀਂ ਚਲੋ ਮੰਨ ਲਓ, ਮੈਂ ਤੁਹਾਡੀ ਗੱਲ ਤੁਹਾਡੀ ਗੱਲ ਮੰਨ ਲੈਣਾ ਕਿ ਪੰਥ ਨੇ ਜਿਤਾਤਾ। ਫਿਰ ਜੇ 2-2.5 ਲੱਖ ਪੰਥ ਨੇ ਵੋਟ ਪਾਈ ਹੈ ਤਾਂ 2-2.5 ਲੱਖ ਪੰਥ ਨੂੰ ਇੱਥੇ ਇਕੱਠਾ ਕਰ ਲਓ, ਕਰਕੇ ਸਰਕਾਰ ਦੇ ਅੱਗੇ ਦਿਓ ਧਰਨਾ। ਉਹਨੂੰ ਕਹੋ ਵੀ ਸਾਡੀ ਜਿਹੜੀ ਬੇਅਦਬੀ ਦੀ ਜਿਹੜਾ ਮੁੱਦਾ ਉਹਨੂੰ ਹੱਲ ਕਰੋ। ਜੇ ਉਹਨਾਂ ਲੱਤਾਂ ਭਾਰ ਚੱਲਦੀਆਂ ਨੇ ਉਹਦੇ ਵਾਸਤੇ ਤਾਂ ਕਰ ਲਵੇ ਇਕੱਠ ਫਿਰ। ਹਾਂ, ਤੁਸੀਂ ਕਹਿੰਦੇ ਇੱਕ ਕੰਮ ਗਿਣਾ ਦੇਵੇ ਕੋਈ, ਮਾਨ ਸਾਹਿਬ ਦਾ ਇੱਕੋ ਕੰਮ ਗਿਣਾ ਦਿਓ। ਮਾਨ ਸਾਹਿਬ ਨੇ ਨੌਕਰੀ ਛੱਡੀ ਆ ਆਪਣੀ, ਕਹਿੰਦੇ ਉਹ ਪੰਥ ਖਾਤਰ ਛੱਡੀ ਆ, ਕੌਮ ਖਾਤਰ ਛੱਡੀ ਆ, ਆਪਣੀ ਨੌਕਰੀ ਛੱਡੀ ਆ, ਉਹਨੂੰ ਲੱਤ ਮਾਰੀ ਹੈ। ਮੈਨੂੰ ਲੱਗਦਾ ਕਿ ਮਾਨ ਸਾਹਿਬ ਦੇ ਵਿਰੋਧੀ ਹੋਣ ਦੇ ਨਾਤੇ ਸਿਰਫ ਇਹ ਗੱਲਾਂ ਕਰ ਰਹੇ ਹੋ। ਮੈਂ ਕੋਈ ਵਿਰੋਧੀ ਨਹੀਂ ਜੀ। ਸਭ ਤੋਂ ਪਹਿਲਾਂ ਜਦੋਂ ਜੋ ਜਿੱਤਿਆ ਉਹ 90 ਦੇ ਵਿੱਚ ਜਿੱਤਿਆ ਦੂਜੀ ਵਾਰ, ਉਦੋਂ ਮੈਂ ਸਪੋਰਟਰ ਸੀ ਉਹਦਾ। ਜਰਮਨ ਦੇ ਵਿੱਚ ਮੈਂ ਬੈਠਾ, ਧੌਲੇ ਦਾ ਮੁੰਡਾ ਜਾਉਣਾ ਸਿੰਘ, ਠੀਕ ਹੈ, ਉਹ ਜਰਮਨ 'ਚ ਬੈਠਾ, ਮੇਰਾ ਸਾਥੀ, ਅਸੀਂ ਇਕੱਠੇ ਪੜ੍ਹੇ ਆ। ਉਹ ਤੋਂ ਗੱਲ ਕਰਕੇ ਪੁੱਛ ਲਓ, ਅਸੀਂ ਸਪੋਰਟ ਕੀਤੀ ਹੈ ਮਾਨ ਸਾਹਿਬ ਦੀ, ਬੜਾ ਸਤਿਕਾਰ ਕੀਤਾ। ਮੰਨਦੇ ਹੋ ਕਿ ਮਾਨ ਸਾਹਿਬ ਨੇ ਕੌਮ ਦੀ ਖਾਤਰ ਆਪਣੀ ਵਜ਼ੀਰੀ ਨੂੰ ਲੱਤ ਮਾਰੀ ਹੈ, ਇੱਕ ਆਪਣੇ ਅਹੁਦੇ ਨੂੰ ਲੱਤ ਮਾਰੀ ਹੈ? ਦੇਖੋ, ਜੇ ਅਹੁਦੇ ਨੂੰ ਲੱਤ ਮਾਰੀ ਹੈ ਤਾਂ ਕੌਮ ਨੇ ਸਤਿਕਾਰ ਵੀ ਦਿੱਤਾ ਹੈ। ਮੈਂ ਸਿੱਖ ਹੈਗਾ, ਇਹ ਜੇ ਪ੍ਰਚਾਰਕ ਹੈਗਾ, ਹੈਂਡੀਕੈਪ ਬੰਦਾ, ਹੈ ਨਾ। ਮੈਨੂੰ ਕੌਮ ਵੱਲੋਂ ਕੋਈ ਹੁਕਮ ਕਰੇ ਬੰਦਾ, ਮੈਂ ਜਿੰਦ ਲਾਉਂਗਾ ਆਪਣੀ। ਇਹ ਫਰਜ਼ ਹੈ ਸਾਡਾ। ਤੁਸੀਂ ਇਹਨੂੰ ਇਹ ਨਹੀਂ, ਕੋਈ ਇਨਸਾਨ ਬਣ ਨਹੀਂ ਕਿਸੇ ਨੂੰ ਕਰ ਸਕਦੇ ਵੀ, ਠੀਕ ਹੈ ਨਾ। ਜੇ ਵਜ਼ੀਰੀਆਂ ਮਿਲੀਆਂ ਸੀ ਤਾਂ ਉਹ ਵੀ ਲੋਕਾਂ ਨੇ ਦਿੱਤੀਆਂ ਨੇ, ਠੀਕ ਹੈ ਨਾ। ਮੈਂ ਇਹਦੇ ਤਾਂ ਮੈਂ ਰਹਿਣੀ ਆ ਵੀ ਹਾਂ, ਉਹਨਾਂ ਨੇ ਇਹ ਬਹੁਤ ਵੱਡੀ ਨੌਕਰੀ ਸੀ, ਉਹਨੇ ਛੱਡੀ ਹੈ, ਠੀਕ ਹੈ। ਇਹ 'ਚ ਕੋਈ ਦੋ ਰਾਮਾ ਨਹੀਂ, ਇਹ ਤਾਂ ਲੋਕ ਹੀ ਕਹਿੰਦੇ, ਮੇਰੇ ਮੂੰਹ 'ਚੋਂ ਕੀ ਕਹਾਉਣਾ ਚਾਹੁੰਦੇ ਹੋ। ਪਰ ਉਹਦੇ ਬਦਲੇ ਲੋਕਾਂ ਨੇ ਇੱਜ਼ਤ ਮਾਣ ਵੀ 3 ਵਾਰੀ MP ਬਣਾਇਆ, ਤੀਜੀ ਵਾਰ ਬਣਾਤਾ। ਇੱਕ ਵਾਰੀ 13 ਦੀਆਂ 13 ਸੀਟਾਂ ਦਿੱਤੀਆਂ ਸੀ। ਇਦੋਂ ਵੱਡਾ ਮਾਣ ਹੋਰ ਕੀ ਤੁਸੀਂ ਮਾਣ ਭਾਲਦੇ ਹੋ? ਕੋਈ ਆਸਾਨ ਥੋੜ੍ਹੀ ਕੀਤਾ ਤੁਸੀਂ, ਕੌਮ ਲਈ ਕੀਤਾ। ਸਾਡੇ ਗੁਰੂ ਸਾਹਿਬ ਦੇ ਬੱਚੇ ਸ਼ਹੀਦ ਹੋਏ ਨੇ, ਗੁਰੂ ਸਾਹਿਬ ਸ਼ਹੀਦ ਹੋਏ ਨੇ, ਤੇ ਉਹਨਾਂ ਦਾ ਆਸਾਨਬੰਦ ਕੌਣ ਹੈ ਜੀ? ਹਾਂ। ਉਦੋਂ ਬਾਅਦ ਫਿਰ ਮਾਨ ਸਾਹਿਬ ਤੋਂ ਕੋਈ ਗਲਤੀਆਂ ਹੋਈਆਂ ਨੇ? ਕੀ ਵੱਡੀਆਂ ਗਲਤੀਆਂ ਹੋਈਆਂ ਨੇ? ਕਿਰਪਾਨ ਨੂੰ ਲੈ ਕੇ ਜੇਕਰ ਗੱਲ ਕਰ ਲਈਏ ਤਾਂ ਕਿਰਪਾਨ ਜਿਹੜੀ ਹੈ ਸੰਸਦ 'ਚ ਲੈ ਕੇ ਜਾਣ ਨੂੰ ਲੈ ਕੇ ਗਲਤੀ ਹੋਈ ਹੈ, ਤਾਂ ਉਸ ਤੋਂ ਇਲਾਵਾ ਹੋਰ ਵੀ ਗਲਤੀਆਂ ਹੋਈਆਂ ਨੇ ਜਿੱਥੋਂ ਕੌਮ ਆ ਜਿਹੜੀ ਮਾਨ ਸਾਹਿਬ ਤੋਂ ਨਾਰਾਜ਼ ਹੋ ਗਈ। ਜਿਹੜੇ ਸੰਵਿਧਾਨ ਨੂੰ ਗਾਲਾਂ ਦਿੰਦੇ ਆ, ਸ਼ਰਮ ਦਿੰਦੇ ਇਹਨਾਂ ਨੂੰ, ਉਸੇ ਸੰਵਿਧਾਨ ਦੇ ਅੰਡਰ ਸਹੁੰ ਚੁੱਕੀ ਹੈ। ਫਿਰ ਉੱਥੇ ਤਸੀਵਾ ਲੈ ਕੇ ਦਿੰਦੇ, ਮੈਂ ਤਾਂ ਸਹੁੰ ਚੁੱਕਦਾ ਨਹੀਂ। ਜੇ ਇੰਨੀ ਅਣਖ ਸੀ ਫਿਰ ਕਹਿੰਦੇ ਉਹ ਵੀ ਮੈਂ ਉਸ ਸੰਵਿਧਾਨ ਨੂੰ ਮੰਨਦਾ ਨਹੀਂ। ਲੋੜ ਨਹੀਂ ਸੀ। ਇੱਕ ਤੁਸੀਂ ਹੋਰ ਮੈਨੂੰ ਜਵਾਬ ਦੇ ਦਿਓ, ਤੁਸੀਂ ਇੱਥੇ 5-7 ਵਿਦਵਾਨ ਬਹਾ ਲਓ, ਠੀਕ ਹੈ, ਮੈਥੋਂ ਸਰਟੀਫਿਕੇਟ ਲੈ ਲਓ, ਮੈਂ ਕਿੰਨਾ ਕੁਛ ਪੜ੍ਹਿਆ, ਮੈਨੂੰ ਕਿੰਨੀ ਕੁ ਬਾਣੀ ਆਉਂਦੀ ਹੈ, ਕਿੰਨਾ ਕੁ ਇਤਿਹਾਸ ਤੋਂ ਜਾਣ ਕਰੋ, ਤੁਸੀਂ ਕੋਈ ਸਵਾਲ ਕਰ ਦਿਓ, ਮੈਂ ਤੁਹਾਨੂੰ ਹੱਲ ਕਰਕੇ ਦਿੰਦਾ, ਠੀਕ ਹੈ। 5-7 ਵਿਦਵਾਨ ਬਹਾ ਲੈਂਦੇ ਆ। ਉਹਨੇ ਇੱਕ ਇਸ਼ਾਰਾ ਕੀਤਾ, ਕਹਿੰਦਾ ਆਹ ਮਾਫੀ ਹੈ, ਤੁਹਾਨੂੰ ਪਤਾ ਇਸ ਚੀਜ਼ ਦਾ। ਮੈਂ ਕਿਹਾ ਨਾ, ਬਹੁਤ ਗੰਦਾ ਇਸ਼ਾਰਾ ਹੈ। ਉਹਦੇ ਪਿੱਛੇ ਬੋਲੇ 100 ਨਿਹਾਲ ਦੇ ਜਕਾਰੇ ਛੱਡੇਗੇ। ਕੀ ਕਹੋਗੇ ਤੁਸੀਂ ਇਸ ਗੱਲ ਨੂੰ? ਮੈਂ ਕਿਹੜੇ ਮੂੰਹ ਨਾਲ ਉਹਨੂੰ ਕਹਿ ਦੇ ਪੰਥ ਦੀ ਧਿਰ ਹੈ ਉਹ, ਪੰਥ ਦਾ ਆਗੂ, ਕਿਹੜੇ ਮੂੰਹ ਨਾਲ ਕਹਿ ਦਾਂ? ਮੈਂ ਇੱਕ ਕਥਾਬਾਜ਼ ਕਹਾਂ, ਇੱਕ ਪ੍ਰਚਾਰਕ ਹਾਂ, ਮੈਂ ਗਾਲ ਕੱਢਾਂ TV ਦੇ ਮੂਹਰੇ, ਤੇ ਤੁਸੀਂ ਮੈਨੂੰ ਕਿੱਦਾਂ ਸਵੀਕਾਰ ਕਰੋਗੇ? ਉਹ ਪੰਥ ਦਾ ਨੁਮਾਇੰਦਾ ਹੋਵੇ, ਪੰਥ ਦੀ ਧਿਰ ਹੋਵੇ, ਸਿਰਮੌਰ ਹਸਤੀ ਹੋਵੇ ਪੰਥ ਦੀ, ਉਹ ਇਹੋ ਜਿਹੇ ਇਸ਼ਾਰੇ ਕਰਦਾ, ਕਿੱਦਾਂ ਤੁਸੀਂ ਮੰਨ ਲਓਗੇ ਇਸ ਚੀਜ਼ ਨੂੰ? ਇੱਕ ਵੀਡੀਓ ਹੋਰ ਵੀ ਵਾਇਰਲ ਹੋ ਰਹੀ ਹੈ ਮਾਨ ਸਾਹਿਬ ਦੀ, ਜੇਕਰ ਗੱਲ ਕਰੀਏ ਤਾਂ ਮੈਨੂੰ ਲੱਗਦਾ ਉਹ ਬਰਗਾੜੀ ਮੋਰਚੇ ਦੀ ਵੀਡੀਓ ਹੈ। ਦਾਦੂਵਾਲ ਸਾਹਿਬ ਉਹਨਾਂ ਨੂੰ ਰੋਕ ਰਹੇ ਨੇਗੇ, ਕਿਸੇ ਸਿੰਘ ਦੇ ਲੱਤ ਮਾਰੀ ਜਾ ਰਹੀ ਹੈ ਸਟੇਜ ਦੇ ਉੱਪਰ, ਜਿਹੜਾ ਮਾਈਕ ਦੇ ਉੱਪਰ ਸੰਬੋਧਨ ਕਰਦੇ ਆ ਸੰਗਤਾਂ ਨੂੰ ਸਟੇਜ ਦੇ ਉੱਪਰ, ਉਸ ਸਮੇਂ ਕਿਸੇ ਸਿੰਘ ਦੇ ਲੱਤ ਮਾਰੀ ਜਾ ਰਹੀ ਹੈ। ਕੱਲ੍ਹ ਦੀ ਉਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਹਲਕਾ ਮੋੜ ਤੋਂ ਉਹ ਕਮਾਲੂ ਹੈ ਜੀ, ਇਹਦਾ ਆਮ ਆਦਮੀ ਪਾਰਟੀ ਦਾ MLA ਜਿਹੜਾ ਪਹਿਲਾਂ ਬਣਿਆ ਸੀ ਐਕਸ, ਉਹ ਜਦੋਂ ਸਿੱਖ ਸੰਮੇਲਨ ਹੋਇਆ ਉੱਥੇ ਬੈਠੇ ਸੀ। ਉੱਥੇ ਉਹ ਕਿਤੇ ਮਾਨ ਸਾਹਿਬ ਦੇ ਮੂਹਰੇ ਹੋ ਗਿਆ, ਮਾਨ ਸਾਹਿਬ ਨੇ ਗੋਡਾ ਮਾਰਿਆ, ਖਹਿਰਾ ਸਾਹਿਬ ਉਹਦੇ ਨਾਲ ਬੈਠੇ ਆ, ਠੀਕ ਹੈ। ਤੁਸੀਂ ਹੁਣ ਇਹ ਚੰਗੇ ਆਗੂ ਦੀ ਕੋਈ ਹਰਕਤ ਹੈ? ਤੁਹਾਡੇ ਕੋਲ ਕਿੰਨੀ ਕੁ ਨਿਮਰਤਾ ਜੀ? ਦੱਸੋ ਤੁਸੀਂ ਇਸ ਗੱਲ ਨੂੰ ਜਵਾਬ ਦਿਓ। ਮਾਨ ਸਾਹਿਬ ਜਵਾਬ ਦੇਣਗੇ ਇਸ ਗੱਲ ਦਾ? ਇਹ ਕਿੰਨੀ ਕੁ ਸਿਆਣਪ ਆ? ਨਹੀਂ, ਪੁਲਿਸ ਵਾਲਾ ਤਾਂ ਨਹੀਂ ਮੈਂ ਕਹਿ ਸਕਦਾ, ਇਹ ਤਾਂ ਤੁਸੀਂ ਮੇਰੇ ਮੂੰਹ ਚੋਂ ਨਾ ਕਢਾਓ, ਠੀਕ ਹੈ। ਮੈਂ ਜਿਹੜੀ ਗੱਲ ਮੈਂ ਦੇਖੀ ਹੈ, ਮੈਂ ਸੁਣੀ ਹੈ, ਮੈਂ ਉਹੀ ਕਹਿ ਰਿਹਾ, ਠੀਕ ਹੈ। ਤੁਸੀਂ ਸਵਾਲ ਕੀਤਾ, ਮੈਨੂੰ ਮੈਂ ਉਹਦਾ ਜਵਾਬ ਦਿੱਤਾ ਹੈ। ਮਾਨ ਸਾਹਿਬ ਦੀਆਂ ਫੈਕਟਰੀਆਂ ਦੀ ਗੱਲ ਕਰ ਰਹੇ ਹੋ ਤੁਸੀਂ, ਚਾਹੇ ਮਾਨ ਸਾਹਿਬ ਦੀ ਜਾਂ ਉਹਨਾਂ ਦੇ ਬੇਟੇ ਦੀ ਗੱਲ ਕਰ ਰਹੇ ਹੋ, ਸ਼ਰਾਬ ਦੀਆਂ ਫੈਕਟਰੀਆਂ ਨੇ। ਕਿੱਥੇ ਨੇ ਉਹ ਫੈਕਟਰੀਆਂ? ਕਦੇ ਦੇਖੀਆਂ ਨੇ? ਕਿਸੇ ਨੇ ਸੁਣਿਆ ਕਿੱਥੇ ਨੇ ਉਹ ਫੈਕਟਰੀਆਂ? ਦੇਖੋ ਜੀ, ਮੇਰੇ ਕਹਿਣ ਨਾਲ ਕੁਝ ਨਹੀਂ ਹੋਣਾ। ਮੈਂ ਪਹਿਲਾਂ ਵੀ ਕਿਹਾ ਸੀ, ਉਹ ਜਿਹੜੀ ਮੈਂ ਗੱਲ ਕਹੀ ਹੈ ਹੋਰ ਬੰਦੇ ਨੇ ਵੀ ਕਹੀ ਹੋਈ ਹੈ। ਮੈਂ ਤੁਹਾਨੂੰ ਵੀਡੀਓ ਕੱਢ ਕੇ ਦੇ ਦੇਣਾ। ਮੈਂ ਕਿਉਂ ਦੱਸਾਂ? ਜੇ ਤੁਸੀਂ ਮੰਨ ਲਓ ਮੈਂ ਇਲਜ਼ਾਮ ਲਾਇਆ, ਠੀਕ ਹੈ ਨਾ, ਉਹਦਾ ਬੇਟਾ ਸਾਹਮਣੇ ਆ ਜੇ, ਮਾਨ ਸਾਹਿਬ ਸਾਹਮਣੇ ਆ ਜਾਣ,
ਉਹ ਕਲੀਅਰ ਕਰਨ। ਇਲਜ਼ਾਮ ਵੀ ਤੱਥਾਂ ਦੇ ਆਧਾਰ ਤੇ ਹੀ ਹੁੰਦਾ, ਕਿਤੇ ਪਬਲਿਸਿਟੀ ਫੋਕੀ ਪਬਲਿਸਿਟੀ ਲਈ ਵਾਹ ਲਈ ਹਰ ਬੰਦਾ ਉੱਠੇ ਜੇ ਕਹੇ ਵੀ ਮਾਨ ਸਾਹਿਬ ਨੇ ਆਹ ਕੀਤਾ, ਮਾਨ ਸਾਹਿਬ ਨੇ ਉਹ ਕੀਤਾ, ਮਾਨ ਸਾਹਿਬ ਦੀਆਂ ਨਸ਼ੇ ਦੀਆਂ ਫੈਕਟਰੀਆਂ ਨੇ, ਸ਼ਰਾਬ ਦੀਆਂ ਫੈਕਟਰੀਆਂ ਨੇ। ਉਹ ਫੈਕਟਰੀਆਂ ਪਤਾ ਵੀ ਨੇ ਤੁਹਾਨੂੰ ਹੈ ਕਿੱਥੇ ਨੇਗੀਆਂ। ਮੈਨੂੰ ਪਬਲਿਸਿਟੀ ਦੀ ਲੋੜ ਨਹੀਂ ਨਾ ਫੋਕੀ ਬਾਬਾ ਦੀ ਲੋੜ ਹੈ, ਮੇਰੇ ਕੋਲੇ ਬਾਬਾ ਉਦਾਂ ਹੀ ਬਹੁਤ ਹੈ। ਠੀਕ ਹੈ ਨਾ ਗੱਲ। ਜਿਹੜਾ ਮੈਂ ਇਲਜ਼ਾਮ ਲਾਇਆ ਤੁਸੀਂ ਮੰਨਦੇ ਹੋ, ਉਹ ਇਲਜ਼ਾਮ ਨਹੀਂ, ਮੈਂ ਸੱਚ ਕਹਿ ਰਿਹਾ ਜਦੋਂ ਤੱਕ ਮੈਨੂੰ ਪਤਾ। ਠੀਕ ਹੈ, ਮੈਂ ਤੁਹਾਨੂੰ ਕਿਉਂ ਦੱਸਾਂ? ਮਾਨ ਸਾਹਿਬ ਆਉਣ ਸਾਹਮਣੇ। ਅਸਲ ਤਾਂ ਜਿਹੜੀ ਗੱਲ ਹੈਗੀ ਉਹ ਤਾਂ ਮਾਨ ਸਾਹਿਬ ਦੇ ਨਾਲ ਚੱਲਦੀ ਹੈ ਨਾ। ਕੱਲ੍ਹ ਹੁਣ ਮੈਨੂੰ ਇੱਕ ਫੋਨ ਆਇਆ, ਕਹਿੰਦੇ ਤੁਹਾਡੇ ਮਾਨਹਾਨੀ ਦਾ ਕੇਸ ਕਰਾਂਗੇ। ਮੈਂ ਕਿਹਾ ਤੂੰ ਕਿਵੇਂ ਕਰੇਂਗਾ? ਤੇਰੇ ਕੋਲ ਪਾਵਰ ਅਥਾਰਟੀ ਹੈ ਮਾਨ ਸਾਹਿਬ ਦੀ, ਅਟਾਰਨੀ ਦਿੱਤੀ ਹੋਈ ਹੈ, ਮਾਨ ਸਾਹਿਬ ਕਰਨ। ਮੈਂ ਮਾਨ ਸਾਹਿਬ 'ਤੇ ਇਲਜ਼ਾਮ ਲਾ ਰਿਹਾ, ਉਹ ਸਾਹਮਣੇ ਕਹਿ ਦੇਣ ਮੈਨੂੰ। ਮੇਰੀ 45 ਸਾਲ ਦੀ ਉਮਰ ਹੈ, ਮੇਰੇ ਦੁੱਗਣੀ ਉਮਰ ਦੇ ਬੰਦੇ ਨੇ ਉਹ। ਠੀਕ ਹੈ ਨਾ, ਗੈਸਟਡ ਅਫਸਰ ਹੈ ਨਾ, IPS ਅਫਸਰ ਹੈ ਗੌਰਮੈਂਟ ਦੇ। ਉਹ ਸਾਹਮਣੇ ਕਰ ਲੈਣ ਮੈਨੂੰ। ਇਹ ਇਕੱਲਾ ਮੈਂ ਨਹੀਂ ਕਹਿ ਰਿਹਾ, ਪਰਤਾਂ ਹੋਰ ਵੀ ਖੁੱਲਣਗੀਆਂ। ਮੈਂ ਕਿਉਂ ਕਹਿਣਾ, ਤੁਸੀਂ ਮੈਥੋਂ ਇੱਕ ਹੋਰ ਸੁਣ ਲਓ। ਕੈਨੇਡਾ ਦੇ ਵਿੱਚ ਜਿਹੜਾ ਰਿਫਿਊਜੀ ਕੇਸ ਲੱਗਦਾ, ਮੈਂ ਮੋਲਟੀਅਲ ਰਹਿ ਕੇ ਆਇਆ। ਠੀਕ ਹੈ, ਉੱਥੇ ਲੈਟਰ ਪੈਡ 'ਤੇ ਸਾਈਨ ਕਰਨ ਦੇ 6 ਲੱਖ ਰੁਪਏ ਉਹਨਾਂ ਨੇ ਲਿਆ ਹੋਇਆ, ਜਿਹੜੀ ਚਿੱਠੀ ਨੇ ਦਿੱਤੀ ਆ ਰਿਫਿਊਜੀ ਕੇਸਾਂ ਨੂੰ ਪੱਕਾ ਕਰਾਉਣ ਬਾਅਦ। ਜਿਹੜੇ ਇੰਡੀਅਨ ਬੰਦੇ ਗਏ ਨੇ ਅਮਰੀਕਾ ਵਿੱਚ ਵੀ ਦਿੱਤੀ ਆ। ਅਤੇ ਉਹ ਪੈਸੇ ਕਿਹਦੇ ਕੋਲੇ ਆ ਜੀ? ਮਾਨ ਸਾਹਿਬ ਦੱਸਣ। ਜਦੋਂ ਢੀਂਡਸਾ ਸਾਹਿਬ ਨੇ ਇਲੈਕਸ਼ਨ ਜਿੱਤੀ ਹੈ ਨਾ ਮਾਨ ਸਾਹਿਬ ਨੂੰ ਹਰਾ ਕੇ, ਉਦੋਂ ਵੀ ਐਲੀਗੇਸ਼ਨ ਢੀਂਡਸਾ ਸਾਹਿਬ ਨੇ ਇਹ ਲਾਇਆ ਸੀ। ਉਦੋਂ ਲੋਕਾਂ ਦੇ ਸਾਹਮਣੇ ਲੈਟਰ ਦਿਖਾਏ ਗਏ ਸੀ, ਹੁਣ ਵੀ ਪਏ ਨੇ ਅੱਜ। ਉਹ ਮੈਂ ਦਿਖਾ ਸਕਦਾ। ਤੁਸੀਂ ਮੈਨੂੰ ਹੁਣ ਗੱਲ ਕਰੋ, ਮੈਂ ਤੁਹਾਨੂੰ ਵੀਡੀਓ ਕਰ ਰਹੀ ਕੈਨੇਡਾ ਤੋਂ ਗੱਲ ਕਰਾ ਕੇ ਦਿਖਾ ਸਕਦਾ ਇੱਥੇ ਵੀ ਆਹ ਲੈਟਰ ਪੈਡ ਉਹਨਾਂ ਕੋਲ ਪਏ ਆ। ਅਤੇ ਉਹ ਪੈਸੇ ਕਿਹਦੇ ਕੋਲ ਗਏ? ਮਾਨ ਸਾਹਿਬ ਕੋਲ ਆਏ ਨਾ। ਜੇ ਨਹੀਂ ਇਹ ਤਾਂ ਦੱਸ ਦੇਣ ਫਿਰ ਕਿਹਦੇ ਕੋਲ ਆਇਆ। ਕੋਈ ਦੋ ਰਾਮਾ ਨਹੀਂ। ਉੱਥੇ ਲੱਖਾਂ ਬੰਦਾ ਹਲੇ ਵੀ ਰਿਫਿਊਜੀ ਬੈਠਾ, ਕੁਛ ਪੱਕੇ ਹੋ ਗਏ, ਕੁਛ ਕੱਚੇ ਆ। ਮਾਨ ਸਾਹਿਬ ਤੇ ਇੱਕ ਦੋਸ਼ ਹੋਰ ਲੱਗ ਰਿਹਾ ਹੈਗਾ, ਕਹਿੰਦੇ ਉਹਨਾਂ ਨੇ ਨਿਹੱਥੇ ਸਿੰਘਾਂ ਦਾ ਜਾਂ ਨਿਹੰਗ ਸਿੰਘਾਂ ਦਾ ਜਿਹੜਾ ਇਨਕਾਊਂਟਰ ਕੀਤਾ, ਫੇਕ ਇਨਕਾਊਂਟਰ ਕੀਤਾ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਉਹ ਤਾਂ ਸਾਰੇ ਜੀ, ਹੁਣ ਉਹਦੇ ਵਿੱਚ KVS ਗਿੱਲ ਵੀ ਆਊਗਾ, ਹੋਰ ਬੰਦੇ ਜਿਹੜੇ ਨਾ DGPC ਮੌਕੇ ਦੇ SSP ਉਹ ਵੀ ਆਉਣਗੇ। ਠੀਕ ਹੈ, ਉਸ ਪਾਸੇ ਤੋਂ ਮੈਂ ਜਿਹੜਾ ਕੱਲ੍ਹ ਵੀ ਮੈਂ ਇੱਕ ਬਿਆਨ ਦਿੱਤਾ ਸੀਗਾ, ਅਤੇ ਉਹ ਤਾਂ ਉਹਨੂੰ ਜੇ ਉਹ ਕਾਨੂੰਨ ਦੀ ਗੱਲ ਕਰਦੇ ਨੇ ਫਿਰ ਤਾਂ ਉਹਨਾਂ ਨੇ ਕਾਨੂੰਨ ਆਪਣੇ ਹੱਥ ਵਿੱਚ ਲਿਆ। ਠੀਕ ਹੈ, ਨਿਹੱਥੇ ਬੰਦਿਆਂ 'ਤੇ ਤੁਸੀਂ ਵਾਰ ਕਰਨਾ, ਗੁਰਦੁਆਰੇ ਵਿੱਚ ਪਾਠ ਕਰਨ ਵਾਲੇ ਬੰਦੇ ਸੀ। ਇੱਕ ਬਾਂਦਰ ਦੀ ਅਤੇ ਕੁੱਤੇ ਦੀ ਲੜਾਈ ਸੀ ਉਹ। ਠੀਕ ਹੈ, ਉਹਨਾਂ ਕੋਲ ਬਾਂਦਰ ਸੀ, ਉਹ ਕੁੱਤੇ ਨੇ ਵੱਢਿਆ ਬਾਂਦਰ ਨੂੰ, ਇਹ ਕਹੋਗੇ ਨਾ, ਉਹਨੇ ਡੰਡਾ ਮਾਰਿਆ। ਅਤੇ ਐਪਲੀਕੇਸ਼ਨ ਜੋ ਦਿੱਤੀ ਗਈ, ਮਾਨ ਸਾਹਿਬ ਨੇ ਪਹਿਲਾਂ ਗ੍ਰਿਫਤਾਰ ਵੀ ਕੀਤਾ, ਬਾਅਦ ਵਿੱਚ ਸਰੇਆਮ 2 ਗੋਲੀਆਂ ਮਾਰੀਆਂ ਉਹਨਾਂ ਨੇ, 2 ਬੰਦੇ ਮਾਰੇ, ਫਿਰ ਦੂਜੇ ਪੁਲਿਸ ਵਾਲਿਆਂ ਨੇ ਉਹ ਬੰਦੇ ਮਾਰੇ ਆ। ਇਹ ਇਕੱਲਾ ਕੇਸ ਨਹੀਂ, ਪਰ ਤਾਂ ਹੋਰ ਵੀ ਖੁੱਲ੍ਹਣਗੀਆਂ। ਜਦੋਂ ਤੁਸੀਂ ਨਾ ਐਡੀ ਵੱਡੀ ਗਲਤੀ ਕਰਦੇ ਹੋ, ਇੱਕ ਕੌਮ ਦੇ ਕਹਿ ਲਈਏ ਜਾਂ ਸਾਡੀ ਇੰਡੀਆ ਭਾਰਤ ਦੇ ਸ਼ਹੀਦ ਨੂੰ ਤੁਸੀਂ ਇਹ ਅੱਤਵਾਦੀ ਕਹਿ ਰਹੇ ਹੋ, ਪਰ ਤਾਂ ਹੋਰ ਵੀ ਖੁੱਲ੍ਹਣਗੀਆਂ। ਇਹ ਮੇਰੇ ਇਕੱਲੇ ਕਹਿਣ 'ਤੇ ਨਹੀਂ, ਹੋਰ ਪਰਤਾਂ ਵੀ ਖੁੱਲ੍ਹ ਰਹੀਆਂ ਨੇ, ਖੁੱਲ੍ਹਣਗੀਆਂ, ਸਿੱਧੀ ਖੁੱਲ੍ਹਣਗੀਆਂ। ਤੁਸੀਂ ਕਹਿ ਰਹੇ ਹੋ ਇੰਡੀਆ ਦੇ, ਭਾਰਤ ਦੇ ਸ਼ਹੀਦ ਨੂੰ ਅੱਤਵਾਦੀ ਕਹਿ ਰਹੇ ਨੇ ਮਾਨ ਸਾਹਿਬ। ਤੇ ਮਾਨ ਸਾਹਿਬ ਕੱਲ੍ਹ ਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਕੀ ਮੰਨਣਗੇ? ਸੰਤ ਭਿੰਡਰਾਂ ਵਾਲਿਆਂ ਨੂੰ ਤਾਂ ਸ਼ਹੀਦ ਮੰਨਦੇ ਆ, ਕੌਮ ਦੇ ਸ਼ਹੀਦ ਨੇ। ਤੁਸੀਂ ਮੰਨਦੇ ਹੋ ਉਹਨਾਂ ਨੂੰ ਕੌਮ ਦੇ ਸ਼ਹੀਦ? ਮੈਂ ਕਹਿੰਦਾ ਜੀ, ਜਿੰਨਾ ਸਤਿਕਾਰ ਜਰਨੈਲ ਸਿੰਘ ਦੇ ਬਾਰੇ ਮੇਰੇ ਮਨ ਵਿੱਚ ਹੈ, ਸ਼ਾਇਦ ਹੀ ਕਿਸੇ ਵਿੱਚ ਹੋਵੇ। ਜੇ ਅੱਜ ਵੀ ਕਿਤੇ ਮੈਨੂੰ ਉਹਨਾਂ ਦੀ ਕੁਰਬਾਨੀ ਲਈ ਕੁਝ ਕਰਨ ਨੂੰ ਕਵੇ ਨਾ, ਮੈਂ ਮਰਨ ਨੂੰ ਤਿਆਰ ਹਾਂ। ਪਰ ਇਹ ਗੱਲ ਕਹੂੰਗਾ, ਮਾਨ ਸਾਹਿਬ ਉਹਨਾਂ ਦੀ ਫੋਟੋ ਦੇ ਪਿੱਛੇ ਖੜ੍ਹ ਕੇ ਕੰਮ ਕਰਦੇ ਆ। ਸੰਤ ਜਰਨੈਲ ਸਿੰਘ ਵਾਲਾ ਕਿਰਦਾਰ 1% ਵੀ ਹੈ ਨਹੀਂ। ਠੀਕ ਹੈ, ਸੰਤ ਜਰਨੈਲ ਸਿੰਘ ਨੇ ਖਾਲਿਸਤਾਨ ਦੀ ਮੰਗ ਕਿੱਥੇ ਕੀਤੀ ਹੈ? ਤੁਸੀਂ ਜਵਾਬ ਦਿਓਗੇ ਇਸ ਗੱਲ ਦਾ? ਉਹਨਾਂ ਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ। ਇਹ ਖਾਲਿਸਤਾਨ ਦੇ ਨਾਂ 'ਤੇ ਫੰਡ ਇਕੱਠੇ ਕਰੀ ਜਾਂਦੇ ਆ। ਹੋਰ ਸੁਣੋਗੇ ਕੁਝ? ਖਾਲਿਸਤਾਨ ਦੇ ਨਾਂ 'ਤੇ ਫੰਡ ਇਕੱਠੇ ਕਰਦੇ ਆ ਬੰਦੇ। ਇਲੈਕਸ਼ਨ ਵਿੱਚ ਵੀ ਇਹਨਾਂ ਨੂੰ ਜਿੱਤ ਹਾਰ ਦਾ ਕੋਈ ਮਤਲਬ ਨਹੀਂ, ਉੱਥੇ ਹੀ ਫੰਡ ਇਕੱਠੇ ਕਰਨ ਤੱਕ ਮਤਲਬ ਹੈ। ਇਹ ਤਾਂ ਰੱਬ ਨੇ ਭਲਾ ਕੀਤਾ, ਪਤਾ ਨਹੀਂ ਕੋਈ ਇਹਦੀ ਖੇਡ ਸੀ, ਕਿਸਮਤ ਹੋਈ। ਉਹ 2 ਮੌਤਾਂ ਹੋਈਆਂ ਪਹਿਲਾਂ, ਉਹ ਤੋਂ ਲੋਕ ਜਿਹੜਾ ਸਾਡੇ ਜੂਸ ਆ ਜੂਸੀ ਪ੍ਰਭਾਵਿਤ ਹੋ ਗਿਆ, ਤਾਂ ਵੋਟ ਪਈ ਹੈ। ਹਾਂ, ਸੱਚਾਈ ਹੈ ਇਹ। ਜੇਕਰ ਸਿੱਧੂ ਮੂਸੇਵਾਲੇ ਦੀ ਗੱਲ ਕਰਦੇ ਹਾਂ ਤਾਂ ਸਿੱਧੂ ਮੂਸੇਵਾਲਾ ਤਾਂ ਕਾਂਗਰਸ ਪਾਰਟੀ ਕੰਨਿਓ ਲੜਿਆ ਸੀ ਨਾ ਮਾਨਸਾ ਦੀ ਸੀਟ ਤੋਂ ਵਿਧਾਨ ਸਭਾ ਇਲੈਕਸ਼ਨ। ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਵਜ੍ਹਾ ਨਾਲ, ਉਹਦੀ ਬਦੌਲਤ ਹੈ ਜਿਹੜਾ ਮਾਨ ਸਾਹਿਬ ਜਿੱਤ ਗਏ। ਇਹ ਤਾਂ ਹੁਣ ਦੇਖੋ ਜੀ, ਇਨਕੁਆਇਰੀ ਦੇ ਵਿੱਚੋਂ ਨਿਕਲਣਾ ਵੀ ਕੀ ਕੋਈ ਘਟਨਾਕ੍ਰਮ ਉਹ ਹੋਇਆ। ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਿਹੜਾ ਕਾਹਨ ਸਿੰਘ ਵਾਲਾ ਹੀ ਆ ਨਾ, ਉਹਦੇ ਘਰ ਗਿਆ, ਉਹਨੇ ਵੀਡੀਓ ਵਾਇਰਲ ਕੀਤੀ ਆ। ਪਤਾ ਨਹੀਂ ਮਾਨ ਸਾਹਿਬ ਨੂੰ ਫੋਨ 'ਤੇ ਮੂਸੇਵਾਲੇ ਨੇ ਕੀ ਗੱਲ ਕਹੀ ਹੈ, ਕੀ ਨਹੀਂ ਕਹੀ। ਬਸ ਹਾਂ ਬਾਪੂ ਜੀ ਮਿਲੋਗੇ, ਮੈਂ ਤੁਹਾਡੇ ਪ੍ਰਚਾਰ ਲਈ, ਇਹ ਗੱਲ ਤਾਂ ਨਹੀਂ ਸਾਹਮਣੇ ਆਈ। ਇਹ ਤਾਂ ਜਸਕਰਨ ਸਿੰਘ ਕਹਿ ਰਿਹਾ, ਮਾਨ ਸਾਹਿਬ ਨੇ ਪ੍ਰਚਾਰ ਕਰਦੀ, ਉਹ ਵੀਡੀਓ ਵਾਇਰਲ ਕਰਦੀ ਵੀ ਮੂਸੇਵਾਲਾ ਸਾਡੇ ਪ੍ਰਚਾਰ ਲਈ ਆਉਣਾ ਚਾਹੁੰਦਾ ਸੀ। ਅਤੇ ਉਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ, ਕਿਉਂਕਿ ਮੌਤ ਦੇ ਗਮ ਵਿੱਚ ਲੋਕ ਜਿਹੜਾ ਜੋ ਸੀ ਉਹ ਡੁੱਬੇ ਹੋਏ ਸੀ। ਠੀਕ ਹੈ, ਉਹ ਇਸ ਕਰਕੇ ਜਿਹੜੀ ਮਦਦ ਕੀਤੀ ਹੈ ਮਾਨ ਸਾਹਿਬ ਦੀ, ਸਿੱਧੂ ਮੂਸੇਵਾਲੇ ਦੇ ਕਰਕੇ ਕੀਤੀ ਹੈ ਨੌਜਵਾਨਾਂ ਨੇ। ਕਿਸੇ ਸਮੇਂ ਤੁਸੀਂ ਵੀ ਮਾਨ ਸਾਹਿਬ ਦੀ ਮਦਦ ਕੀਤੀ ਹੈ, ਉਦੋਂ ਮਾਨ ਸਾਹਿਬ ਦੇ ਵਿੱਚ ਕੁਝ ਗੱਲਾਂ ਚੰਗੀਆਂ ਲੱਗਦੀਆਂ ਹੋਣਗੀਆਂ। ਕੀ ਅੱਜ ਵੀ ਉਹ ਗੱਲਾਂ ਚੰਗੀਆਂ ਨੇ ਮਾਨ ਸਾਹਿਬ?
26 ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਮੈਂ 20 ਸਾਲ ਦਾ ਸੀ, ਹੁਣ ਮੈਂ 46 ਸਾਲ ਦਾ ਹੋ ਗਿਆ। ਠੀਕ ਹੈ, ਬੜਾ ਚੇਂਜ ਆਉਂਦਾ ਜ਼ਿੰਦਗੀ ਦੇ ਵਿੱਚ। ਜਿਵੇਂ ਯੂਥ ਹੁਣ ਪ੍ਰਭਾਵਿਤ ਹੋ ਜਾਂਦਾ, ਸ਼ਾਇਦ ਉਦੋਂ ਮੈਂ ਵੀ ਹੋ ਗਿਆ ਸੀ। ਉਦੋਂ ਕੁਝ ਗੱਲਾਂ ਵੇਖੀਆਂ ਵੀ ਸੀ, ਕੌਮ ਦੇ ਨਾਅਰੇ ਸੀ, ਠੀਕ ਹੈ, ਖਾਲਿਸਤਾਨ ਦੇ ਨਾਅਰੇ ਸੀ, ਬੰਦੇ ਦੇ ਖੂਨ ਵਿੱਚ ਗਰਮੀ ਹੁੰਦੀ ਹੈ। ਠੀਕ ਹੈ, ਤੇ ਜਿਉਂ-ਜਿਉਂ ਮੈਂ ਬੜਾ ਕੁਝ ਸਿੱਖਿਆ ਜ਼ਿੰਦਗੀ ਵਿੱਚ, ਮਿਸ਼ਨਿਕਲ ਤੋਂ ਪੜ੍ਹਿਆ, ਮੈਂ ਇਤਿਹਾਸ ਪੜ੍ਹਿਆ, ਮੈਨੂੰ ਸਮਝ ਲੱਗੀ ਹੈ। ਠੀਕ ਹੈ, ਮਾਨ ਸਾਹਿਬ ਦੀਆਂ ਜਿਹੜੀਆਂ ਪਹਿਲੀਆਂ ਗੱਲਾਂ ਸੀ ਸ਼ਾਇਦ ਮੇਰੇ ਪਸੰਦ ਸੀ। ਉਦੋਂ ਮੈਂ ਇੱਕ ਜੰਗ ਸੀ, ਠੀਕ ਹੈ, ਗਰਮ ਖੂਨ ਸੀ, ਹੈ ਨਾ। ਅਤੇ ਹੁਣ ਜਦੋਂ ਇਤਿਹਾਸ ਪੜ੍ਹਿਆ ਸਮਝ ਲੱਗੀ ਹੈ, ਕੁਛ ਖਾਮੀਆਂ ਵੀ ਸਾਹਮਣੇ ਆਈਆਂ ਨੇ। ਠੀਕ ਹੈ, ਅਤੇ ਦੇਖ ਕੇ ਮੱਖੀ ਤੁਸੀਂ ਨਿਗਲ ਨਹੀਂ ਸਕਦੇ। ਇਹ ਇਸ ਕਰਕੇ ਮੈਂ ਦੂਰ ਹੋਇਆ। ਅੱਜ ਵੀ ਖੜੇ ਆ। ਜੇ ਉਹ ਕੌਮ ਦੀ ਗੱਲ ਕਰਦੇ ਆ ਨਾ, ਮੈਂ ਇਹ ਨਹੀਂ ਕਹਿੰਦਾ ਵੀ ਮਾਨ ਸਾਹਿਬ ਦਾ ਮੈਂ ਦੁਸ਼ਮਣ ਆ। ਜੇ ਕੌਮ ਲਈ ਗੱਲ ਕਰਦੇ ਅੱਜ ਵੀ ਨਾਲ ਖੜਾਂਗੇ। ਕੌਮ ਦੀ ਤਾਂ ਅਕਸਰ ਗੱਲ ਕਰਦੇ ਆ, ਕੌਮ ਦੀ ਤਾਂ ਹਰ ਵੇਲੇ ਗੱਲ ਕਰਦੇ। ਉਹ ਕਹਿੰਦੇ ਆ ਕਿ ਮੈਂ ਤਾਂ ਕੌਮ ਖਾਤਰ ਲੜ ਰਿਹਾ, ਮੈਂ ਤਾਂ ਸਿੱਖਾਂ ਖਾਤਰ ਲੜ ਰਿਹਾ, ਮੈਂ ਮੁਸਲਮਾਨਾਂ ਖਾਤਰ ਲੜ ਰਿਹਾ, ਮੈਂ ਖਾਲਿਸਤਾਨ ਖਾਤਰ ਲੜ ਰਿਹਾ। ਫਿਰ ਹੋਰ ਕੌਮ ਦੀ ਗੱਲ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ? ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਵਾਸਤੇ ਕਿੰਨੀ ਵੋਟ ਚਾਹੀਦੀ, ਤੁਸੀਂ ਆਪਣੀ ਜ਼ਬਾਨ ਨਾਲ ਦੱਸ ਦਿਓ, ਕਿੰਨੀ ਚਾਹੀਦੀ ਬੋਲੋ। ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਵਾਸਤੇ ਜਿਹੜੀ ਵੋਟ ਚਾਹੀਦੀ ਹੈ, ਜਿੰਨੀ ਕਿ ਸੰਗਰੂਰ ਹਲਕੇ ਵਿੱਚ ਪਈ ਹੈ, ਉਨੇ ਕਿ ਨੇ ਅਸੀਂ ਜਿੱਤ ਜਾਵਾਂਗੇ। ਮੰਨਦੇ ਹੋ ਚੀਜ਼ ਨੂੰ? 3 ਲੱਖ ਵੋਟ ਨਾਲ ਅਸੀਂ ਮੈਂਬਰ ਬਣਾ ਸਕਦੇ ਹਾਂ ਆਪਣੇ। ਮੰਨੋਗੇ ਚੀਜ਼ ਨੂੰ? ਠੀਕ ਹੈ, ਤੇ ਫਿਰ ਅੱਜ ਉਹਨਾਂ ਇਕੱਠ ਕਰਕੇ ਸ਼੍ਰੋਮਣੀ ਕਮੇਟੀ ਯਾਦ ਕਰਾ ਦਿਓ। ਬਸ ਇਹੀ ਕੰਮ ਸਭ ਤੋਂ ਵੱਡਾ ਹੈ। ਹਾਂ, ਮੈਂ ਨਾਂ ਗਿਣ ਦਿੰਦਾ। ਜਥੇਦਾਰ ਰਣਜੀਤ ਸਿੰਘ ਹੋ ਗਏ ਸਾਬਕਾ, ਬਲਦੇਵ ਸਿੰਘ ਬਡਾਲਾ ਹੋ ਗਿਆ, ਠੀਕ ਹੈ, ਇਹ ਹੋ ਗਏ। ਇਹ ਸਰਨਾ ਨਾਲ ਵੀ ਜਾਰੀ ਕਈ ਵਾਰੀ ਲਾਉਂਦੇ ਹੁੰਦੇ ਆ ਜਾ ਕੇ। ਠੀਕ ਹੈ, ਇਹ 4 ਬੰਦੇ ਇਕੱਠੇ ਕਰ ਲਓ, ਬਾਦਲਾਂ ਨੂੰ ਪਾਸੇ ਕਰ ਸਕਦੇ ਆ। ਹਾਂ, ਕੀ ਸਹਿਮਤ ਹੋ ਜਾਣਗੇ ਇਸ ਚੀਜ਼ 'ਤੇ? 4 ਹੀ ਨਹੀਂ ਇਕੱਠੇ ਹੁੰਦੇ ਇਹ। ਬਰਗਾੜੀ ਮੋਰਚੇ ਨੂੰ ਕਿਵੇਂ ਦੇਖਦੇ ਹੋ? ਬਰਗਾੜੀ ਮੋਰਚਾ ਜੀ ਰੋਟੀਆਂ ਸੇਕਣ ਤੋਂ ਬਜਾਏ ਹੋਰ ਕੁਝ ਨਹੀਂ ਹੈਗਾ। ਠੀਕ ਹੈ, ਜੇ ਇਹ ਕੁਝ ਕਰ ਸਕਦੇ ਸੀ ਤਾਂ ਮਾਨ ਸਾਹਿਬ ਨੇ ਪਹਿਲੇ ਮੁੱਦਾ ਚੱਕ ਲੈਣਾ ਸੀ, ਚੱਕਿਆ ਨਹੀਂ। ਠੀਕ ਹੈ, ਢੱਠੇ ਖੂਹ ਵਿੱਚ ਪਾਉਣ ਵਾਲੀਆਂ ਗੱਲਾਂ ਕਰਦੇ ਆ। 1 ਸਾਲ ਦਾ ਸਮਾਂ ਰਹਿ ਗਿਆ, ਉਹਨਾਂ ਕੋਲੇ ਬੜਾ ਸਮਾਂ ਹੈ ਨਹੀਂ। ਠੀਕ ਹੈ, ਉੱਥੇ ਵੀ ਸਿਰਫ ਪੈਸੇ ਇਕੱਠੇ ਕਰਨੇ ਆ, ਹੋਰ ਕੁਝ ਨਹੀਂ ਹੋਣਾ। ਪਹਿਲਾਂ ਵੀਡੀਓ ਤਾਂ ਨੇ ਵਾਇਰਲ ਹੋ ਚੁੱਕੀਆਂ। ਮਾਨ ਸਾਹਿਬ ਨੇ ਕਿਹਾ ਦਾਦੂਵਾਲ ਲੈ ਗਿਆ, ਦਾਦੂਵਾਲ ਨੇ ਕਿਹਾ ਮਾਨ ਸਾਹਿਬ ਲੈ ਗਿਆ, ਕੋਈ ਜੰਡਾਲਾ ਲੈ ਗਿਆ, ਕੋਈ ਕੁਛ ਹੋਰ ਲੈ ਗਿਆ। ਇਹ ਇੱਦਾਂ ਹੀ ਕਹੀ ਜਾਂਦੇ ਆ। ਹੁਣ ਵੀ ਇੱਦਾਂ ਹੀ ਹੋਣਾ। ਹੁਣ ਕੀ ਤੁਸੀਂ ਕਰ ਲਓਗੇ? ਜਿਹੜੀ ਗੌਰਮੈਂਟ ਨੇ, ਸਰਕਾਰ ਨੇ ਪਹਿਲਾਂ ਵਾਅਦੇ ਕੀਤੇ ਸੀ, ਹੈ ਨਾ, ਉਹਨਾਂ ਨੇ ਕਿਹਾ ਸੀ ਪਹਿਲਾਂ ਮੁੱਦਾ ਇਹੀ ਚੱਕਾਂਗੇ। ਤੁਸੀਂ ਉਹਨਾਂ ਦੇ ਖਿਲਾਫ ਖੜ੍ਹ ਕੇ ਦੇਖੋ ਵੀ ਕਰੋ ਮਸਲਾ ਹੱਲ ਸਾਡਾ। ਮੈਂ ਦੁਬਾਰਾ ਮੁੜ ਕੇ ਉਸੇ ਗੱਲ ਤੇ ਆਉਣਾ ਜਿਹੜੀ ਗੱਲ ਪਹਿਲਾਂ ਸ਼ੁਰੂ ਹੋਈ ਸੀ। ਸ਼ਰਾਬ ਦੀ ਗੱਲ ਕੀਤੀ ਸੀ ਤੁਸੀਂ। ਸ਼ਰਾਬ ਦੀਆਂ ਫੈਕਟਰੀਆਂ ਨੇ। ਬਹੁਤ ਲੋਕ ਕਹਿੰਦੇ ਤੇ ਤੁਸੀਂ ਵੀ ਕਹਿੰਦੇ ਹੋ ਕਿ ਮਾਨ ਸਾਹਿਬ ਦੇ ਬੇਟੇ ਦੀਆਂ ਸ਼ਰਾਬ ਦੀਆਂ ਫੈਕਟਰੀਆਂ ਨੇ। ਉਹ ਸ਼ਰਾਬ ਦੀਆਂ ਫੈਕਟਰੀਆਂ ਨੂੰ ਸਰਕਾਰ ਆ ਜਿਹੜੀ ਉਹ ਨਸ਼ਾ ਨਹੀਂ ਮੰਨਦੀ। ਸ਼ਰਾਬ ਨੂੰ ਸਰਕਾਰ ਨਸ਼ਾ ਨਹੀਂ ਮੰਨਦੀ। ਕਿ ਸਿੱਖ ਪੰਥ ਹੈ, ਜੇਕਰ ਮਾਨ ਸਾਹਿਬ ਸਿੱਖ ਲੀਡਰ ਦੇ ਤੌਰ ਤੇ ਮਰਜ ਹੋਏ ਨੇ, ਤਾਂ ਸਿੱਖ ਲੀਡਰ ਦਾ ਪੁੱਤ ਜਾਂ ਸਿੱਖ ਲੀਡਰ ਜੇਕਰ ਫੈਕਟਰੀਆਂ ਨੇ ਤਾਂ ਉਹ ਜਾਇਜ਼ ਨੇ? ਸਿੱਖ ਧਰਮ ਦੇ ਨਾਲ, ਸਿੱਖ ਧਰਮ ਦੇ ਨਜ਼ਰੀਏ ਦੇ ਨਾਲ ਜਿਹੜੀਆਂ ਉਹ ਫੈਕਟਰੀਆਂ ਚਲਾ ਸਕਦੇ ਨੇ? ਦੇਖੋ, ਸਿੱਖ ਰਹਿਤ ਮਰਿਆਦਾ ਵਿੱਚ ਸ਼ਰਾਬ ਨੂੰ ਕਿਰਾਇਤ ਗਿਆ। ਜੇ ਤੁਸੀਂ ਉੱਥੇ ਲਿਖ ਸਕਦੇ ਹੋ ਵੀ ਇਹ ਕਿਰਾਇਤ ਨਹੀਂ ਹੈਗੀ, ਫਿਰ ਤਾਂ ਮੈਂ ਵੀ ਉਹਨੂੰ ਤਰਜੀਹ ਦੇ ਦਿੰਦਾ। ਜੇ ਉੱਥੇ ਹੀ ਕਿਰਾਇਤ ਗਿਆ, ਫਿਰ ਕਿਸੇ ਨੂੰ ਕੋਈ ਹੱਕ ਨਹੀਂ। ਮੈਂ ਤਾਂ ਰਹਿਤ ਮਰਿਆਦਾ ਦੀ ਗੱਲ ਕਰੂੰਗਾ। ਮੈਨੂੰ ਮਾਨ ਸਾਹਿਬ ਦਾ ਕੀ ਮਤਲਬ ਹੈ? ਮੈਂ ਵੀ ਇੱਕ ਸਿੱਖ ਹੈਗਾ। ਕੱਲ੍ਹ ਨੂੰ ਮੇਰੇ 'ਤੇ ਵੀ ਸਵਾਲ ਉੱਠੂਗਾ। ਹੁਣ ਮੈਨੂੰ ਕਮੈਂਟਾਂ ਵਿੱਚ ਲੋਕ ਕਹਿੰਦੇ ਇਹ ਘਰ ਦੀ ਸ਼ਰਾਬ ਪੀਂਦਾ, ਜੇ ਤੋਂ ਸ਼ਰਾਬ ਫੜੇਗੀ ਫਲਾਣਾ, ਇੱਦਾਂ ਲੋਕਾਂ ਨੇ ਇਲਜ਼ਾਮ ਲਾਏ। ਕਦੋਂ ਫਿਰ ਤੁਹਾਡਾ ਸਵਾਲ ਹੀ ਪਤਾ ਨਹੀਂ ਹੁੰਦਾ, ਕੋਈ ਕੱਢ ਕੇ ਦਿਖਾ ਦੇ ਬੰਦਾ। ਅਤੇ ਉਹ ਇਲਜ਼ਾਮ ਕਿਉਂ ਲਾਏ? ਜਦੋਂ ਮਾਨ ਸਾਹਿਬ 'ਤੇ ਇਲਜ਼ਾਮ, ਮੈਂ ਕਿਹਾ ਮਾਨ ਸਾਹਿਬ ਨੂੰ, ਉਦੋਂ ਕਿਹਾ ਇਹ ਘਰ ਦੀ ਸ਼ਰਾਬ ਪੀਂਦਾ, ਫਲਾਨਾ ਪੀਂਦਾ। ਮੈਂ ਕਿਹਾ ਕੋਈ ਨਹੀਂ ਭਰਾਵਾ, ਤੁਸੀਂ ਮੈਨੂੰ ਹੱਥ ਨਾਲ ਫੜ ਕੇ ਕਹਿ ਦਿਓ ਵੀ ਆ ਬੂਟਾ ਸਿੰਘ ਦੇ ਹੱਥ ਵਿੱਚ ਪੈਗ ਸੀਗਾ, ਫੜ ਕੇ ਅੰਦਰ ਦੇ ਦਿਓ। ਤੁਸੀਂ ਕਿਰਪਾਨ ਲਹਾ ਦਿਓ ਮੇਰੀ, ਕੇਸ ਕਤਲ ਕਰ। ਜਿਹੜੀ ਆਪਾਂ ਗੱਲ ਕਰਦੇ ਹਾਂ, ਤੁਸੀਂ ਵੀ ਸੁਣੀਆਂ ਸੁਣਾਈਆਂ ਗੱਲਾਂ ਕਰ ਰਹੇ ਹੋ ਕਿ ਕਦੇ ਪੜਤਾਲ ਵੀ ਕੀਤੀ ਹੈ ਵੀ ਹਾਂ ਵਾਕਈ ਫੈਕਟਰੀਆਂ ਹੈਗੀਆਂ ਨੇ? ਫੈਕਟਰੀਆਂ ਹੈਗੀਆਂ ਨੇ ਜੀ। ਜਦੋਂ ਕੋਈ ਮੁੱਦਾ ਇਹ ਹੋਰ ਸਾਹਮਣੇ ਆਊਗਾ, ਮਾਨ ਸਾਹਿਬ ਸਾਹਮਣੇ ਗੱਲ ਕਰਨਗੇ, ਉਦੋਂ ਸਾਰੀਆਂ ਪਰਤਾਂ ਖੁੱਲ੍ਹਣਗੀਆਂ। ਉਹਨਾਂ 'ਚ ਨਹੀਂ, ਇੱਕ ਪਲੇਟਫਾਰਮ ਚਾਹੀਦਾ, ਟੇਬਲ ਚਾਹੀਦਾ। ਜਦੋਂ ਬੈਠਾਂਗੇ, ਠੀਕ ਹੈ ਨਾ, ਗੱਲ ਐ ਉਂਗਲਬਾਜੀ ਕਰਕੇ ਨਹੀਂ ਗੱਲ ਬਣਦੀ। ਮੈਂ ਉਂਗਲਾਂ ਕਰਨਾ ਹੋਰ ਕਰ ਨਾ, ਮੈਂ ਨਹੀਂ ਉਂਗਲ ਕਰ ਰਿਹਾ। ਜਿਹੜੀ ਮੇਰੇ ਕੋਲ ਜਾਣਕਾਰੀ ਹੈਗੀ ਉਹ ਪੱਕੀ ਆ। ਹਾਂ, ਉਹ ਦੇਵਾਂਗੇ ਅਸੀਂ। ਕੀ ਮਾਨ ਸਾਹਿਬ ਨੇ ਦਾਅਵਾ ਕੀਤਾ ਕਿਤੇ, ਕੋਈ ਐਫੀਡੇਵਿਟ ਜਾਰੀ ਕੀਤਾ ਜਿਹਦੇ ਵਿੱਚ ਦੱਸਿਆ ਹੋਵੇ ਵੀ ਹਾਂ ਮੇਰੇ ਕੋਲੇ ਪ੍ਰਾਪਰਟੀ ਦੇ ਵਿੱਚ ਜਿਹੜੀਆਂ ਨੇ, ਇੱਕ ਕਾਰੋਬਾਰ ਦੇ ਵਿੱਚ ਮੇਰੀਆਂ ਫੈਕਟਰੀਆਂ ਨੇਗੀਆਂ? ਇਹ ਲੀਡਰ ਕਿਹੜਾ ਦੱਸਦਾ ਜੀ? ਲੀਡਰ ਦਾ ਕਿਹੜੇ ਦਾ ਕਾਰੋਬਾਰ ਤੁਹਾਡੇ ਸਾਹਮਣੇ ਆ? ਮਾਨ ਸਾਹਿਬ ਦਾ ਕਿੱਦਾਂ ਆ ਜਾਊਗਾ? ਮਾਨ ਸਾਹਿਬ ਇੱਕ ਲੀਡਰ ਹੀ ਹੈ ਸਿੱਖਾਂ ਦੇ ਵਿੱਚ। ਹੋਰ ਮਾਨ ਸਿੰਘ ਕਾਲਸਾ ਦਸਿਆਰ ਥੋੜ੍ਹੀ ਹੈ ਕੋਈ, ਜਾਂ ਸ਼੍ਰੋਮਣੀ ਪ੍ਰਧਾਨ ਥੋੜ੍ਹੀ ਬਣਿਆ। ਉਹ ਤਾਂ ਕੌਮ ਦੇ ਨਾਂ 'ਤੇ 3 ਵਾਰੀ ਉਹਨੂੰ MP ਬਣਾ ਤਾ। ਜਰਨੈਲ ਜਰਨੈਲ ਸਿੰਘ ਸ਼ਹੀਦ ਹੋ ਗਏ ਨੇ ਅਤੇ ਉਹ ਕੁਰਬਾਨੀ ਦਾ ਮੁੱਲ ਪਿਆ। ਠੀਕ ਹੈ, ਲੋਕਾਂ ਨੇ ਕੁਰਬਾਨੀ ਦਾ ਮੁੱਲ ਪਾਇਆ ਸੀਗਾ। ਪਹਿਲੀ ਵਾਰੀ ਜੇਕਰ ਆਪਾਂ ਗੱਲ ਕਰੀਏ, 13 ਦੀਆਂ 13 ਸੀਟਾਂ ਦੇ ਦਿੱਤੀਆਂ। ਜਦੋਂ ਮਾਨ ਸਾਹਿਬ ਨੂੰ 13 ਸੀਟਾਂ ਮਿਲੀਆਂ ਨੇ, ਤੁਹਾਨੂੰ ਨਹੀਂ ਲੱਗਦਾ ਕਿ ਉਹ ਖਾੜਕੂ ਲਹਿਰ ਦਾ ਇੱਕ ਜਿਹੜਾ ਪ੍ਰਭਾਵ ਸੀਗਾ, 13 ਦੀਆਂ 13 ਸੀਟਾਂ ਮਿਲਣੀਆਂ? ਮੈਂ ਉਹੀ ਗੱਲ ਕਰਦਾ, ਉਸੇ ਖਾੜਕੂ ਲਹਿਰ ਵਿੱਚ ਉਹ ਬੰਦੇ ਵੀ ਸੀ ਜਿਨ੍ਹਾਂ ਦੀ ਦਾੜੀ ਕੇਸ ਹੈ ਨਹੀਂ ਸੀ।
ਅੱਜ ਵੀ ਉਹ ਸਾਡੇ ਬੰਦੇ ਸ਼ਹੀਦ ਹੈਗੇ ਆ ਜਿਨ੍ਹਾਂ ਦੇ ਦਾੜੀ ਕੇਸ ਨਹੀਂ ਸੀ, ਅੰਮ੍ਰਿਤ ਨਹੀਂ ਛਕਿਆ ਸੀ। ਠੀਕ ਹੈ, ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਕੱਲਾ ਸਿੱਖ ਹੀ ਸ਼ਹੀਦ ਹੈ, ਅੰਮ੍ਰਿਤਧਾਰੀ ਸ਼ਹੀਦ ਹੈ। ਉਹਨਾਂ ਨੂੰ ਆਪਾਂ ਸ਼ਹੀਦ ਮੰਨਦੇ ਆ। ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਤੁਹਾਨੂੰ ਕਿ ਉਹਨਾਂ ਨੂੰ ਆਪਾਂ ਸ਼ਹੀਦ ਮੰਨਦੇ ਆ? ਹਾਂ, ਖੜਕੂ ਸਿੰਘ ਜਿਹੜੇ ਸ਼ਹੀਦ ਹੋਇਆ ਜਾਂ ਜੇਲ੍ਹਾਂ 'ਚ ਨੇ ਇਸ ਸਮੇਂ, ਉਹਨਾਂ ਨੂੰ ਸ਼ਹੀਦ ਮੰਨਿਆ ਜਾਂਦਾ ਜਿਹੜੇ ਸ਼ਹੀਦ ਹੋ ਗਏ ਖੜਕੂ? ਦੇਖੋ ਸਾਡੀ ਕੌਮ ਤਾਂ ਮੰਨਦੀ ਹੈ ਜੀ, ਦੂਜਾ ਮੰਨੇ ਨਾ ਮੰਨੇ ਮੈਂ ਦੂਜੇ ਠੇਕਾ ਥੋੜੀ ਲੈਣਾ। ਸਾਡੀ ਕੌਮ ਮੰਨਦੀ ਹੈ, ਮੈਂ ਮੰਨਦਾ। ਠੀਕ ਹੈ, ਸਾਡੀ ਕੌਮ ਅਕਾਲ ਤਖਤ ਸਾਹਿਬ ਤੇ ਜਾ ਕੇ ਪ੍ਰੋਗਰਾਮ ਕਰਾਉਂਦੀ ਹੈ, ਉਹਨੂੰ ਸੰਭਾਲ ਨਹੀਂ ਦਿੰਦੀ ਹੈ। ਸਾਡੀ ਕੌਮ ਮੰਨਦੀ ਹੈ, ਮੈਂ ਕੌਮ ਤੋਂ ਬਾਗੀ ਥੋੜੀ ਹੋਣਾ, ਤੇ ਕੌਮ ਦੇ ਨਾਲ ਖੜਨਾ। ਕੌਮ ਸ਼ਹੀਦ ਮੰਨਦੀ ਹੈ, ਮੈਂ ਹੀ ਮੰਨਦਾ। ਕੋਈ ਦੋ ਇਹਨੂੰ ਮੰਨਦੇ ਹੋ ਜੀ? ਹਾਂ, ਪੱਕਾ 100% ਪੱਕਾ ਮੰਨਦਾ। ਪਿੰਡ ਵਾਲੇ ਸੰਤਾਂ ਨੂੰ ਬਿਲਕੁਲ ਮੰਨਦੇ ਜੀ। ਸਿੰਘ ਸਾਹਿਬ, ਜਦੋਂ ਮਾਨ ਸਾਹਿਬ ਨੂੰ 13 ਦੀਆਂ 13 ਸੀਟਾਂ ਮਿਲੀਆਂ ਨੇ ਤਾਂ ਉਹ ਖੜਕੂ ਲਹਿਰ ਦੇ ਵਿੱਚ ਮਿਲੀਆਂ। ਉਦੋਂ ਵੀ ਜੂਤ ਦਾ ਜਿਹੜਾ ਭਰਮਾ ਹੰਗਾਰਾ ਸੀ ਮਾਨ ਸਾਹਿਬ ਨੂੰ, ਤੇ ਅੱਜ ਵੀ ਤੁਸੀਂ ਕਿਹਾ ਸਿੱਧੂ ਮੂਸੇਵਾਲੇ ਦੀ ਵਜ੍ਹਾ ਦੇ ਨਾਲ ਜਾਂ ਦੀਪ ਸਿੱਧੂ ਦੀ ਵਜ੍ਹਾ ਨਾਲ ਮਾਨ ਸਾਹਿਬ ਜਿੱਤੇ ਨੇ, ਤਾਂ ਇਹਦਾ ਮਤਲਬ ਜੂਤ ਦੀ ਵੋਟ ਪਈ ਹੈ। ਜੂਤ ਭਾਵਨਾਵਾਂ 'ਚ ਬਹਿ ਜਾਂਦਾ ਅਕਸਰ। ਯੂਥ ਨੂੰ ਇਮੋਸ਼ਨਲ ਬਲੈਕਮੇਲ ਕੀਤਾ ਜਾਂਦਾ ਜੀ। ਠੀਕ ਹੈ ਨਾ, ਮੈਂ ਤੁਹਾਨੂੰ ਪਹਿਲਾਂ ਦੱਸਿਆ ਸਿੱਧੂ ਮੂਸੇਵਾਲੇ ਦੀ ਬਹੁਤ ਚਰਚਾ ਸੀ। ਠੀਕ ਹੈ, ਭਾਵੇਂ ਮਰਨ ਤੋਂ ਪਹਿਲਾਂ ਲੋਕ ਗਾਲਾਂ ਕੱਢਦੇ ਸੀ, ਮਰਨ ਤੋਂ ਬਾਅਦ ਉਹਦੀ ਚਰਚਾ ਬਹੁਤ ਜ਼ਿਆਦਾ ਹੋਈ ਹੈ ਲੋਕ, ਕਿਉਂਕਿ ਕੁਝ ਗਾਣੇ ਉਹਦੇ ਐਸੇ ਸੀਗੇ ਜਿਹੜੇ ਗਾਣੇ ਤੋਂ ਲੋਕ ਪ੍ਰਭਾਵਿਤ ਸੀ। ਮੈਂ ਵੀ ਪ੍ਰਭਾਵਿਤ ਹੋਇਆ ਇਸ ਗੱਲ ਦਾ, ਕੋਈ ਸ਼ੱਕ ਨਹੀਂ। ਉਹ ਕਲਮ ਦਾ ਧਨੀ ਸੀ ਬੰਦਾ, ਲਿਖਿਆ ਵਧੀਆ ਉਹਨੇ। ਠੀਕ ਹੈ, ਪ੍ਰਭਾਵ ਸਾਡਾ ਯੂਥ ਹੁੰਦਾ, ਪਹਿਲਾਂ ਵੀ ਹੋਇਆ, ਹੁਣ ਵੀ ਹੁੰਦਾ। ਮੈਂ ਇੱਕ ਯੂਥ ਨੂੰ ਤੁਹਾਡੇ ਰਾਹੀਂ ਬੇਨਤੀ ਕਰਨੀ ਚਾਹੁੰਦਾ ਵੀ ਮਾਨ ਸਾਹਿਬ ਸਾਡੇ ਦੁਸ਼ਮਣ ਨਹੀਂ ਹੈਗੇ, ਸਤਿਕਾਰ ਕਰਦੇ ਆ। ਠੀਕ ਹੈ, ਉਹਨਾਂ ਦਾ ਜਿਹੜਾ ਬਿਆਨ ਹੈ ਸਿਰਫ ਉਹਦਾ ਖੰਡਨ ਕਰ ਰਹੇ ਸੀ। ਠੀਕ ਹੈ, ਸਾਡੀ ਕੌਮ ਦੇ ਵਿੱਚ ਉਹ ਕਰਤਾ ਧਰਤਾ ਉਹਨੂੰ ਲੋਕ ਕਹਿੰਦੇ ਆ, ਮੈਂ ਕੋਈ ਦੋਰਾਵਾਂ ਨਹੀਂ ਰੱਖਦਾ। ਜਦੋਂ ਬਿਆਨ ਗਲਤ ਦਿੱਤਾ ਉਹਦੇ ਬਿਆਨ ਦਾ ਖੰਡਨ ਕੀਤਾ। ਯੂਥ ਨੂੰ ਮੈਂ ਇਹੀ ਗੱਲ ਕਹਿਣਾ, ਜਿੱਥੇ ਯਾਰ ਕੋਈ ਬੰਦਾ ਗਲਤ ਹੈ ਉਹਨੂੰ ਗਲਤ ਕਹੋ। ਤੁਸੀਂ ਕਹਿੰਦੇ ਹੋ ਗਲਤ ਬਿਆਨ ਦਿੱਤਾ, ਮਾਨ ਸਾਹਿਬ ਨੇ ਉਹ ਬਿਆਨ ਤਾਂ ਦਿੱਤਾ ਹੈਗਾ ਕਿ ਅਸੈਂਬਲੀ 'ਚ ਬੰਬ ਸਿੱਟ ਦਿੱਤਾ, 2 ਨਿਰਦੋਸ਼ ਪੁਲਿਸ ਵਾਲਿਆਂ ਨੂੰ, ਪੁਲਿਸ ਮੁਲਾਜ਼ਮਾਂ ਨੂੰ ਮਾਰ ਦਿੱਤਾ ਭਗਤ ਸਿੰਘ ਨੇ। ਇਸ ਕਰਕੇ ਉਹਨਾਂ ਨੇ ਜਿਹੜਾ ਅੱਤਵਾਦੀ ਕਿਹਾ ਭਗਤ ਸਿੰਘ ਨੂੰ। ਨਹੀਂ, ਜਦੋਂ ਹਵਾਰੇ ਵਰਗਿਆਂ ਨੇ ਬੰਬ ਸਿੱਟਿਆ ਉਦੋਂ ਕਿੰਨੇ ਬੰਦੇ ਮਰੇ ਸੀ? ਜਵਾਬ ਦੇਵੋਗੇ ਤੁਸੀਂ? ਕਿੰਨੇ ਬੰਦੇ ਮਰੇ ਤੁਸੀਂ ਦੱਸ ਦਿਓ। 17 ਬੰਦੇ ਮਰੇ, ਪੁਲਿਸ ਵਾਲੇ ਮਰੇ ਨਾਲ, ਫਿਰ ਉਹਨੂੰ ਅੱਤਵਾਦੀ ਕਹੋ ਤੁਸੀਂ? ਮੈਂ ਸ਼ਹੀਦ ਜਿੰਦਾ ਸ਼ਹੀਦ ਕਹਿ ਰਿਹਾ ਜਾਂ ਜਲਾਵਰ ਸਿੰਘ ਵਰਗਿਆਂ ਨੂੰ ਕਹਿ ਰਿਹਾ ਵੀ ਉਹ ਸ਼ਹੀਦ ਹੋਏ ਨੇ, ਇਹ ਕੌਮ ਦੇ ਵਿੱਚੋਂ ਉੱਠੇ ਬੰਦੇ ਨੇ, ਫਿਰ ਤਾਂ ਉਹ ਵੀ ਅੱਤਵਾਦੀ ਨੇ। ਜਦੋਂ ਉਹ ਅੱਤਵਾਦੀ ਉਹਨਾਂ ਨੂੰ ਲੋਕ ਕਹਿੰਦੇ ਤੁਹਾਡੇ ਮਿਰਚਾਂ ਲੱਗਦੀਆਂ, ਫਿਰ ਜਵਾਬ ਇਹ ਜਵਾਬ ਦਿਓ ਨਾ ਤੁਸੀਂ। ਜੇ ਉਹ ਤਾਂ ਬੰਬ ਸਿੱਟਿਆ ਸੀ ਕੰਨ ਖੋਲ੍ਹਣ ਵਾਸਤੇ, ਉਹਦੇ ਨਾਲ ਕੋਈ ਬੰਦਾ ਵੀ ਨਹੀਂ ਮਰਿਆ। ਜਿਹੜੇ ਹਵਾਰੇ ਵਰਗਿਆਂ ਨੇ ਬੰਬ ਸੁੱਟ ਕੇ ਬੰਦ ਸਿੰਘ ਨੂੰ ਮਾਰਿਆ ਹੈ, ਮੈਂ ਬੁੱਚੜ ਕਹਿ ਦਿੰਦਾ ਤੁਹਾਡੇ ਕਹਿਣ ਮੁਤਾਬਕ, ਉਹਨੂੰ ਬੁੱਚੜ ਹੀ ਸੀ ਹੈ ਨਾ, ਉਹਨੇ ਸਾਡੇ ਸਿੱਖਾਂ ਨੂੰ ਹੈ ਨਾ ਖੋ ਕੇ ਮਾਰਿਆ, ਨੌਜਵਾਨੀ ਨੂੰ ਹੈ ਨਾ, ਅਤੇ ਫਿਰ ਉਹਨੂੰ ਵੀ ਅੱਤਵਾਦੀ ਕਹੋ, ਫਿਰ ਉਹਦੇ ਨਾਲ ਤਾਂ ਬੰਦੇ ਮਰੇ ਆ। ਉਹਨਾਂ ਨੂੰ ਰਣਜੀਤ ਸਿੰਘ ਬਿੱਟੂ ਕਹਿੰਦੇ ਆ ਨਾ ਅੱਤਵਾਦੀ। ਨਹੀਂ, ਰਣਜੀਤ ਸਿੰਘ ਬਿੱਟੂ ਦਾ ਤਾਂ ਮੇਰੇ ਨਾਲ ਕੋਈ ਮਤਲਬ ਨਹੀਂ। ਉਹ ਤਾਂ ਉਹ ਪਾਰਟੀ ਤੌਰ ਤੇ ਕਹਿੰਦੇ ਨੇ, ਮੇਰਾ ਕੋਈ ਪਾਰਟੀ ਨਾਲ ਸੰਬੰਧ ਥੋੜ੍ਹੀ ਹੈ। ਮੈਂ ਤਾਂ ਕੌਮ ਦੀ ਗੱਲ ਕਰ ਰਿਹਾ ਹੈ ਨਾ, ਆਪਣੇ ਕਰਕੇ ਕਰ ਰਿਹਾ। ਠੀਕ ਹੈ, ਜੇ ਭਗਤ ਸਿੰਘ ਨੂੰ ਅੱਤਵਾਦੀ ਤੁਸੀਂ ਕਿਹਾ, ਇੱਕ ਬੰਬ ਜਿਹੜਾ ਸੀ ਨਕਲੀ ਬੰਬ ਸੀ, ਕੰਨ ਖੋਲ੍ਹ ਮੈਂ ਸੁੱਟਿਆ ਜੀ, ਉਹਨੂੰ ਉੱਥੇ ਅੱਤਵਾਦੀ ਕਹਿੰਦੇ ਹੋ, ਫਿਰ ਹਵਾਰੇ ਵਰਗੇ ਵੀ ਅੱਤਵਾਦੀ ਹੈ ਜੀ। ਮਾਨ ਸਾਹਿਬ ਭਗਤ ਸਿੰਘ ਨੂੰ ਅੱਤਵਾਦੀ ਇਸ ਕਰਕੇ ਕਹਿੰਦੇ ਆ ਕਿ ਅਸੈਂਬਲੀ 'ਚ ਬੰਬ ਸਿੱਟਿਆ, ਪਰ ਮਾਨ ਸਾਹਿਬ ਕਦੇ ਨਾ ਕਦੇ ਤਾਂ ਇਹ ਕਹਿੰਦੇ ਆ ਨਾ ਕਿ ਮੈਂ ਇਸ ਸੰਵਿਧਾਨ ਨੂੰ ਨਹੀਂ ਮੰਨਦਾ, ਇਸ ਦੇਸ਼ ਨੂੰ ਦੇਸ਼ ਨਹੀਂ ਮੰਨਦਾ। ਫਿਰ ਤਾਂ ਚਾਹੇ ਕੋਈ ਕਿੱਥੇ ਵੀ ਬੰਬ ਸਿੱਟਦੇ, ਮਾਨ ਸਾਹਿਬ ਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ। ਮਾਨ ਸਾਹਿਬ ਦੇ ਇਸ ਬਿਆਨ ਦੇ ਨਾਲ ਨਹੀਂ ਕੋਈ ਸਹਿਮਤ ਹੁੰਦਾ ਜਿਹੜੀ ਉਹਨਾਂ ਨੇ ਇਹ ਗੱਲ ਕਹੀ ਆ। ਗੱਲ ਤਾਂ ਸਿਰਫ ਤੁਸੀਂ ਇਹ ਪੁੱਛਣਾ ਚਾਹੁੰਦੇ ਹੋ ਵੀ ਅਸੈਂਬਲੀ ਵਿੱਚ ਜਿਹੜਾ ਬੰਬ ਸੀ ਪਹਿਲਾਂ ਭਗਤ ਸਿੰਘ ਨੇ ਸੁੱਟਿਆ, ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਨਾ। ਉਹਨਾਂ ਦੇ ਮੁਤਾਬਕ ਆ ਮੰਨ ਲੈਂਦੇ ਆ ਵੀ ਉਹ ਅੱਤਵਾਦੀ ਆ, ਫਿਰ ਉਸੇ ਸੰਵਿਧਾਨ ਨੂੰ ਉਹ ਮੰਨਦੇ ਨਹੀਂ। ਤੁਸੀਂ ਇਹ ਵੀ ਕਹਿੰਦੇ ਹੋ, ਫਿਰ ਉਸੇ ਸੰਵਿਧਾਨ ਦੇ ਅੰਦਰ ਉਹਨਾਂ ਨੇ ਸਹੁੰ ਖਾਧੀ ਆ। ਇਹਨੂੰ ਕਿੱਧਰ ਲੈ ਕੇ ਜਾਓਗੇ? ਜੇ ਤਾਂ ਪਹਿਲਾਂ ਹੀ ਬਾਈਕਾਟ ਕਰਕੇ ਜਾਂਦੇ ਵੀ ਮੈਂ ਤੁਹਾਡੇ ਸੰਵਿਧਾਨ ਨੂੰ ਮੰਨਦਾ ਹੀ ਨਹੀਂ, ਮੈਂ ਅਸੈਂਬਲੀ ਵਿੱਚ ਸੰਸਦ ਵਿੱਚ ਜਾਂਦਾ ਹੀ ਨਹੀਂ, ਫਿਰ ਤਾਂ ਨਜ਼ਾਰਾ ਆਉਂਦਾ ਨਾ ਗੱਲ ਦਾ। ਤੁਸੀਂ ਉੱਥੇ ਤਾਂ ਤੁਸੀਂ ਉਹਨੂੰ ਕਹਿੰਦੇ ਵੀ ਉਹ ਅੱਤਵਾਦੀ ਆ, ਅਸੈਂਬਲੀ ਵਿੱਚ ਬੰਬ ਸਿੱਟਿਆ, ਅੱਤਵਾਦੀ ਬਣਾ ਰਹੇ ਹੋ। ਉਸੇ ਅਸੈਂਬਲੀ ਦੇ ਸੰਵਿਧਾਨ ਤੁਸੀਂ ਮੰਨਦੇ ਨਹੀਂ ਅਤੇ ਉਸੇ ਦੇ ਅੰਡਰ ਤੁਸੀਂ ਸਹੁੰ ਖਾ ਰਹੇ ਹੋ। ਦੋਗਲੀ ਨੀਤੀ ਹੈ, ਇਹ 'ਚ ਕੋਈ ਸ਼ੱਕ ਹੈ? ਹੁਣ ਤੁਹਾਨੂੰ ਮੈਂ ਕਹਿਤਾ ਵੀ ਮੈਂ ਯਾਰ ਇਸ ਚੀਜ਼ ਨੂੰ ਮੰਨਦਾ ਨਹੀਂ, ਤੁਹਾਨੂੰ ਮੈਂ ਕਹਿ ਦੇਣਾ ਮੈਂ ਚੀਜ਼ ਨੂੰ ਮੰਨਦਾ ਨਹੀਂ। ਜੇ ਕੱਲ੍ਹ ਨੂੰ ਮੈਂ ਉੱਥੇ ਖੜ੍ਹਾ ਹਾਂ ਤੁਸੀਂ ਮੈਨੂੰ ਕੀ ਕਹੋਗੇ? ਭਾਈਚਾਰਕ ਸਾਂਝ ਦੇ ਤੌਰ ਤੇ ਮੈਂ ਮੰਦਿਰ ਵਿੱਚ ਵੀ ਜਾਊਂ। ਰਾਜਨੀਤਿਕ ਲੋਕ ਤੁਸੀਂ ਕਿਹਾ ਮੰਦਿਰ 'ਚ ਵੀ ਜਾਊਂ ਭਾਈਚਾਰਕ, ਮੈਂ ਇਹਦੇ ਤੇ ਗੱਲ ਤੇ ਦੁਬਾਰਾ ਮੁੜ ਕੇ ਆਉਂਦੇ ਆ ਆਪਾਂ। ਤੁਸੀਂ ਕਿਹਾ ਮਾਨ ਸਾਹਿਬ ਵੀ ਇੱਕ ਲੀਡਰ ਨੇ, ਚਾਹੇ ਸਿੱਖ ਨੇ ਪਰ ਹੈ ਰਾਜਨੀਤਿਕ ਨੇ। ਕਿ ਰਾਜਨੀਤਿਕ ਲੋਕ ਅਕਸਰ ਇਹੋ ਜਿਹੀ ਦੋਗਲੀ ਨੀਤੀ ਕਰਦੇ ਆ? ਤਾਂ ਹੀ ਤਾਂ ਇਹ ਸਵਾਲ ਉੱਠਦੇ ਨੇ। ਜੇ ਤਾਂ ਉਹ ਇਹ ਕਲੀਅਰ ਕਰ ਦੇਣ ਵੀ ਮੈਂ ਇੱਕ ਰਾਜਨੀਤਿਕ ਲੀਡਰ ਹਾਂ, ਫਿਰ ਕੋਈ ਸਵਾਲ ਨਹੀਂ ਕਰੂਗਾ। ਰਾਜਨੀਤਿਕ ਲੋਕ ਇਹ ਕਰਦੇ ਹੁੰਦੇ ਆ, ਇਹਨਾਂ ਲਈ ਸੱਚ ਝੂਠ ਬਹੁਤਾ ਮੈਂ ਨਹੀਂ ਰੱਖਦਾ ਹੁੰਦਾ। ਠੀਕ ਹੈ, ਇਹ ਬਹੁਤ ਕੁਝ ਕਰਦੇ ਆ। ਅਤੇ ਜੇ ਉਹ ਕਹਿੰਦੇ ਮੈਂ ਕੌਮ ਦਾ ਜਰਨੈਲ ਹਾਂ, ਕੌਮ ਦਾ ਜਰਨੈਲ ਤਾਂ ਫਿਰ ਸੰਤ ਜਰਨੈਲ ਸਿੰਘ ਸੀ। ਠੀਕ ਹੈ, ਉਹ ਕਹਿੰਦੇ ਲਿਆਓ ਜਿਹੜੀ ਫੌਜ ਲਿਆਉਣੀ ਹੈ, ਮੇਰੀ ਲਾਸ਼ ਲਿਜਾ ਸਕਦੇ ਹੋ, ਫਿਰ ਖੜ੍ਹੇ ਉੱਥੇ ਅੜ ਕੇ।
ਇਸ ਚੀਜ਼ ਨੂੰ ਤਾਂ ਮੰਨਦੇ ਹੋ ਨਾ, ਜੇ ਤੁਸੀਂ ਕੌਮ ਦੇ ਸਿਰ ਤੇ ਇੱਕ ਸਰਦਾਰੀ ਕਰ ਰਹੇ ਹੋ, ਕੌਮ ਦੇ ਕਰਤਾ ਧਰਤਾ ਹੋ, ਕੌਮ ਦੇ ਨੁਮਾਇੰਦੇ ਹੋ, ਜੇ ਤੁਸੀਂ ਇਹ ਮੰਨ ਕੇ ਚੱਲਦੇ ਹੋ, ਫਿਰ ਤਾਂ ਸੰਤ ਜਰਨੈਲ ਸਿੰਘ ਵਾਲੀ ਲੀਹ ਤੇ ਚੱਲੇ, ਫਿਰ ਛੱਡੇ ਰਾਜਨੀਤੀ। ਸੰਤ ਜਰਨੈਲ ਸਿੰਘ ਉਸ ਵਕਤ ਮੁੱਖ ਮੰਤਰੀ ਬਣ ਸਕਦੇ ਸੀ ਪੰਜਾਬ ਦੇ, ਜਿਹੜਾ ਮਾਹੌਲ ਸਿਰਜਿਆ ਸੀ ਉਸ ਵਕਤ, ਪਤਾ ਜੇ ਉਹ ਉਹਨਾਂ ਨੇ ਗੰਦੀ ਰਾਜਨੀਤੀ ਨੂੰ ਠੋਕਰ ਮਾਰੀ ਆ, ਤੇ ਜੇ ਫਿਰ ਇੰਨੀ ਅਣਖ ਹੈ ਕਿ ਤੇ ਮਾਰ ਦੇਵੇ ਠੋਕਰ, ਫਿਰ MP ਵਾਸਤੇ ਲੈ ਲੈਣੀਆਂ ਕਿਉਂ ਕੱਢੀਆਂ? 2 ਮੁੰਡਿਆਂ ਦੀ ਜਿਹੜੀ ਮੈਂ ਮੁੰਡੇ ਕਹੂੰਗਾ ਉਹਨੂੰ ਬੱਚੀ ਲੱਗਦੇ ਸਮਝ ਲਓ ਆਪਣੇ, ਤੇ ਉਹ ਉਹਨਾਂ ਦੀ ਮੌਤ ਹੋਈ ਆ, ਉਹਨਾਂ ਦੀ ਮੌਤ 'ਤੇ ਨਾਚ ਹੋਇਆ। ਉਹਨੇ ਇੱਕ ਬਿਆਨ ਵਿੱਚ ਕਿਹਾ ਵੀ ਹੈ, ਕਹਿੰਦਾ ਸਿੱਧੂ ਮੂਸੇਵਾਲੀ ਮੌਤ ਦਾ ਮੈਨੂੰ ਬਹੁਤ ਵੱਡਾ ਸਹਾਰਾ ਮਿਲਿਆ, ਇਹ ਗੱਲ ਉਹਨੇ ਕਹੀ ਹੈ ਬਿਆਨ ਵਿੱਚ। ਫਰਕ ਪਿਆ, ਕਹਿੰਦਾ ਉਹਦੇ ਨਾਲ ਮੇਰੀ ਜਿੱਤ ਹੋਈ ਹੈ, ਉਹਨੇ ਇਹ ਗੱਲ ਕਹੀ ਹੈ, ਕਹਿਣਾ ਬਣਦਾ ਸੀ। ਮੈਨੂੰ ਕੱਲ੍ਹ ਕਿਸੇ ਬੰਦੇ ਨੇ ਕਮੈਂਟ ਕੀਤਾ, ਕਹਿੰਦੇ ਜੇ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਪਿਤਾ ਹਾਂ ਕਰ ਦਿੰਦੇ ਇਲੈਕਸ਼ਨ ਲਈ, ਫਿਰ ਮਾਨ ਸਾਹਿਬ ਦਾ ਕੀ ਹੁੰਦਾ? ਫਿਰ ਇਹ ਗੱਲਾਂ ਕਰਦਾ। ਉਹਦਾ ਗੱਲ ਕਰ ਸਿਵਾ ਵੀ ਠੰਡਾ ਨਹੀਂ ਹੋਇਆ ਸੀ, ਇਹ ਗੱਲ ਕਹਿੰਦਾ ਯਾਰ ਮੈਨੂੰ ਤੁਸੀਂ ਇਲੈਕਸ਼ਨ ਲੜਾਉਣ ਵਾਸਤੇ ਕਹਿ ਰਹੇ ਹੋ। ਉਧਰੋਂ ਕਾਂਗਰਸ ਨੇ ਕਹਿੰਦਾ ਅਸੀਂ ਲੜਾਵਾਂਗੇ, ਉਧਰੋਂ ਇਹ ਕਹਿੰਦੇ ਸਾਡੇ ਲਈ ਪ੍ਰਚਾਰ ਲਈ ਆਊਗਾ। ਇਹ ਦੋਗਲੀ ਨੀਤੀ ਤੇ ਹੋਰ ਕੀ ਆ? ਆਪਣੇ ਉਹਦੀ ਮੌਤ ਦਾ ਕ੍ਰੈਡਿਟ ਲੈਣ ਵਾਸਤੇ ਤੁਸੀਂ ਇਹ ਗੱਲ ਕੀਤੀ ਹੈ। ਲਾਸਟ ਸਵਾਲ ਆ ਮੇਰਾ ਤੁਹਾਨੂੰ ਨਹੀਂ ਲੱਗਦਾ ਕਿ ਇਹ ਬਿਆਨ ਦੇ ਉੱਪਰ ਜਿਹੜਾ ਵਿਵਾਦ ਹੋ ਰਿਹਾ, ਜਿਹੜਾ ਭੁਚਾਲ ਆਇਆ ਹੋਇਆ ਹੈ, ਇਹ ਥੰਮਣ ਦਾ ਨਾਂ ਲੈਣਾ ਚਾਹੀਦਾ, ਇਹਨੂੰ ਥੰਮਣਾ ਚਾਹੀਦਾ? ਹੁਣ ਦੇਖੋ ਜੀ, ਕੰਟਰੋਲ ਤਾਂ ਹੋਊਗਾ ਜੇ ਮਾਨ ਸਾਹਿਬ ਥੋੜ੍ਹੀ ਬਹੁਤੀ ਨਿਮਰਤਾ ਵਾਲੇ ਪਾਸੇ ਆਉਂਦੇ ਆ, ਠੀਕ ਹੈ ਜੀ। ਅਤੇ ਸਿੱਖ ਹਮੇਸ਼ਾ ਨਿਮਰਤਾ ਵਿੱਚ ਹੁੰਦਾ। ਸਭ ਤੋਂ ਪਹਿਲਾਂ ਤੁਸੀਂ ਲੀਡਰੀ ਛੱਡੋ, ਉਹਨਾਂ ਦੀ ਨੁਮਾਇੰਦਗੀ ਛੱਡੋ, ਅਹੁਦੇਦਾਰੀ ਛੱਡੋ। ਪਹਿਲਾਂ ਇੱਕ ਸਿੱਖ ਨੇ, ਸਿੱਖ ਇੱਕ ਨਿਮਾਣਾ ਹੁੰਦਾ, ਠੀਕ ਹੈ। ਹੁਣ ਮੈਂ ਤੁਹਾਨੂੰ ਕਹਿ ਦੇਣਾ, ਜੇ ਮਾਨ ਸਾਹਿਬ ਦੇ ਖਿਲਾਫ ਮੇਰੇ ਕੋਲ ਕੋਈ ਸ਼ਬਦ ਬੋਲਿਆ, ਮੈਂ ਮਾਫੀ ਮੰਗਦਾ, ਮੈਂ ਤੁਹਾਨੂੰ ਕਹਿ ਦੇਣਾ, ਤਾਂ ਇਹ ਤਾਂ ਮੰਨੋਗੇ ਤੁਸੀਂ, ਠੀਕ ਹੈ। ਜੇ ਮਾਨ ਸਾਹਿਬ ਇਹ ਥੋੜ੍ਹਾ ਜਿਹਾ ਮਹਿਸੂਸ ਕਰਨ ਵੀ ਹਾਂ ਮੇਰੇ ਕੋਲੋਂ ਇਹ ਕਿਹਾ ਗਿਆ, ਸ਼ਹੀਦ ਨਾ ਮੰਨਣ, ਮੈਂ ਨਹੀਂ ਕਹਿੰਦਾ, ਮੈਂ ਕਿਉਂ ਥੋਪਾਂ ਕਿਸੇ ਨੂੰ, ਉਹ ਸ਼ਹੀਦ ਨਾ ਮੰਨਣ, ਪਰ ਅੱਤਵਾਦੀ ਨਹੀਂ ਤੁਸੀਂ ਕਹਿ ਸਕਦੇ। ਹੁਣ ਕੱਲ੍ਹ ਨੂੰ ਦੇਖੋ, ਮੈਂ ਆਪਣੀ ਕੌਮ ਵਿੱਚ ਖੜਾ, ਮੈਂ ਆਪਣੀ ਕੌਮ ਦੇ ਸ਼ਹੀਦਾਂ ਨੂੰ ਅੱਤਵਾਦੀ ਕਹਾਂ, ਫਿਰ ਤੁਸੀਂ ਹਾਜ਼ਮ ਕਰੋਗੇ? ਮੈਂ ਇੱਕ ਪ੍ਰਚਾਰਕ ਹਾਂ, ਕੋਈ ਮੈਂ ਡੰਗਰ ਤਾਂ ਹੈ ਨਹੀਂ, ਮੇਰਾ ਕੁਛ ਪੜ੍ਹਿਆ ਲਿਖਿਆ ਮੈਂ, ਠੀਕ ਹੈ, ਕਿਤਾਬਾਂ ਪੜ੍ਹੀਆਂ ਨੇ, ਮੈਂ ਇਤਿਹਾਸ ਪੜ੍ਹਿਆ, ਹਿਸਟਰੀ ਪੜ੍ਹੀ ਹੈ ਮੈਂ, ਠੀਕ ਹੈ। ਅਤੇ ਜੇ ਮੈਂ ਕਹਾਂ ਵੀ ਅੱਤਵਾਦੀ ਨੇ, ਫਿਰ ਤੁਸੀਂ ਕੌਮ ਦੇ ਸ਼ਹੀਦਾਂ ਦੀ ਗੱਲ ਕਰਦੇ ਹੋ, ਕੌਮ ਦੇ ਸ਼ਹੀਦਾਂ ਨੂੰ ਕੌਮ ਸ਼ਹੀਦ ਮੰਨਦੀ ਹੈ, ਪਰ ਉਹਨਾਂ ਨੂੰ ਕੁਝ ਰਾਜਨੀਤਿਕ ਲੀਡਰ, ਕੁਝ ਪਾਰਟੀਆਂ ਦੇ ਬੰਦੇ, ਜੇਕਰ ਕਹਿ ਦਈਏ ਰੱਜ ਕੇ ਜ਼ਹਿਰ ਉਗਲਦੇ ਆ ਉਹਨਾਂ ਦੇ ਖਿਲਾਫ, ਉਹਨਾਂ ਨੂੰ ਸ਼ਹੀਦ ਮੰਨਣ ਨੂੰ ਤਿਆਰ ਨਹੀਂ। ਉਹਨਾਂ ਨੂੰ ਕਹਿੰਦੇ ਆ ਕਿ ਬੁੱਚੜ ਸੀ, ਅੱਤਵਾਦੀ ਸੀ, ਖਾੜਕੂ ਸੀ, ਇੱਦਾਂ ਦੇ ਸ਼ਬਦਾਂ ਦੇ ਨਾਲ ਉਹਨਾਂ ਨੂੰ ਨਮਾਜ਼ਦੇ ਆ। ਤੁਹਾਨੂੰ ਨਹੀਂ ਲੱਗਦਾ ਕਿ ਮਾਨ ਸਾਹਿਬ ਦੀ ਵੀ ਕੋਈ ਇੱਦਾਂ ਦੀ ਕੋਈ ਮਤ ਭੇਦ ਹੋ ਸਕਦੇ ਆ, ਵਿਚਾਰਕ ਮਤ ਭੇਦ ਭਗਤ ਸਿੰਘ ਨਾਲ ਹੋਣਗੇ, ਜਿਨ੍ਹਾਂ ਨੂੰ ਲੈ ਕੇ ਮਾਨ ਸਾਹਿਬ ਭਗਤ ਸਿੰਘ ਨੂੰ ਅੱਤਵਾਦੀ ਕਹਿੰਦੇ ਨੇ? ਅਸਲ ਵਿੱਚ ਨਾ ਮੈਨੂੰ ਜਿਹੜੀ ਸੱਚਾਈ ਮੇਰੇ ਸਾਹਮਣੇ ਆਉਂਦੀ ਹੈ, ਮਾਨ ਸਾਹਿਬ ਨੂੰ ਮੈਂ ਬਹੁਤ ਸਤਿਕਾਰ ਕਰਦਾ, ਕੋਈ ਦੋ ਰਾਮਾ ਨਹੀਂ, ਹੈ ਨਾ। ਇਹ ਨਾ ਬਿਆਨ ਇੱਦਾਂ ਕੁ ਹੋ ਰਿਹਾ ਜਿਵੇਂ ਪਿੱਛੇ ਖੜ੍ਹ ਕੇ ਕਿਸੇ ਦੇ ਦਵਾਇਆ ਹੋਵੇ, ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਸਤੇ। ਮੈਂ ਇੱਕ ਇੰਟਰਵਿਊ 'ਚ ਕਿਹਾ ਸੀ BJP ਦੀ ਪਿੱਛੇ ਸਾਜ਼ਿਸ਼ ਹੈ, ਐਡੇ ਵੱਡੇ ਰੋਸ ਮੁਜ਼ਾਹਰੇ ਹੋ ਰਹੇ ਨੇ ਤਾਂ ਅੱਜ ਨੂੰ ਪਰਚਾ ਹੋ ਜਾਣਾ ਸੀ। ਪਿੱਛੇ ਕਿਸੇ ਏਜੰਸੀ ਦੀ ਤਾਕਤ ਤਾਂ ਹੈਗੀ ਆ। ਇਹ ਇਕੱਲਾ ਕਿਸ ਚੀਜ਼ ਤੇ ਹੋਊਗਾ? ਕਿਉਂਕਿ ਦੇਸ਼ ਦਾ ਸੰਵਿਧਾਨ ਨੇ ਅਜੇ ਤੱਕ ਭਗਤ ਸਿੰਘ ਨੂੰ ਸ਼ਹੀਦ ਮੰਨਿਆ ਨਹੀਂ ਹੈਗਾ। ਇਸ ਦੇਸ਼ ਨੇ ਅਜੇ ਤੱਕ ਸ਼ਹੀਦ ਦਾ ਦਰਜਾ ਨਹੀਂ ਦਿੱਤਾ। ਲੋਕ ਆਪਣੇ ਲੈਵਲ ਤੇ ਸ਼ਹੀਦ ਕਹਿੰਦੇ ਆ, ਕਿਤਾਬਾਂ 'ਚ ਪੜ੍ਹਾਇਆ ਜਾਂਦਾ ਕਿ ਭਗਤ ਸਿੰਘ ਸ਼ਹੀਦ ਹੈ, ਪਰ ਦੇਸ਼ ਨੇ ਤਾਂ ਦਰਜਾ ਹੀ ਨਹੀਂ ਦਿੱਤਾ ਸ਼ਹੀਦ ਦਾ। ਨਹੀਂ, ਸਾਡੀ ਕੌਮ ਦੀ ਆਬਾਦੀ ਕਿੰਨੀ ਆ? 2 ਕਰੋੜ ਹੈ, 2.5 ਕਰੋੜ ਵੱਧ ਤੋਂ ਵੱਧ। ਅਸੀਂ ਸ਼ਹੀਦ ਕਹੀ ਜਾਂਦੇ ਹਾਂ, ਤੇ ਦੂਜੇ ਸ਼ਹੀਦ ਮੰਨਦੇ ਸਾਡਿਆਂ ਨੂੰ? ਉਹ ਕਿੱਦਾਂ ਮੰਨਦੇ? ਉਹ ਤਾਂ ਅੱਤਵਾਦੀ ਕਹਿੰਦੇ ਆ, ਠੀਕ ਹੈ ਨਾ। ਜਦੋਂ ਉਹ ਨਹੀਂ ਮੰਨਦੇ, ਅਸੀਂ ਕਿੱਦਾਂ ਮੰਨਾਂਗੇ? ਠੀਕ ਹੈ, ਇਹ ਤਾਂ ਸਾਡੇ ਸਾਹਮਣੇ ਵੀ ਉਹੀ ਹੈ, ਉਹੀ ਰਾਹ ਹੋਣਗੇ। ਜਦੋਂ ਅਸੀਂ ਨਹੀਂ ਮੰਨਦੇ, ਉਹ ਕਿੱਦਾਂ ਮੰਨਣਗੇ? ਠੀਕ ਹੈ ਨਾ। ਉਹਨਾਂ ਦੇ ਕਹਿਣ ਮੁਤਾਬਕ ਨਹੀਂ ਕੁਝ ਹੋਣਾ। ਆਪਾਂ ਜਿਹੜੀ ਗੱਲ ਕਰ ਰਹੇ ਸੀ, ਜਿਹੜੇ ਕੌਮ ਦੇ ਸਾਡੇ ਸ਼ਹੀਦ ਹੈਗੇ ਨੇ, ਤੇ ਉਹਨਾਂ ਨੂੰ ਕੌਮ ਸ਼ਹੀਦ ਮੰਨਦੀ ਹੈ, ਉਹ ਸਤਿਕਾਰ ਹੈ। ਸਿਰਫ ਰੌਲਾ ਇਸੇ ਗੱਲ ਦਾ ਹੈ ਮਾਨ ਸਾਹਿਬ ਜੀ ਦਾ, ਵੀ ਤੁਸੀਂ ਸ਼ਹੀਦ ਨਾ ਮੰਨੋ, ਨਾ ਮੰਨੋ ਤੁਸੀਂ ਸ਼ਹੀਦ। ਸਾਡੀ ਕੌਮ ਨੂੰ, ਹਵਾਰੇ ਨੂੰ, ਜਾਂ ਕਿਸੇ ਨੂੰ ਹੋਰ ਨੂੰ ਕੋਈ ਸ਼ਹੀਦ ਨਾ ਮੰਨੇ। ਜਦੋਂ ਉਹ ਅੱਤਵਾਦੀ ਕਹਿੰਦੇ, ਸਾਨੂੰ ਦੁੱਖ ਲੱਗਦਾ ਨਹੀਂ। ਮੇਰੇ ਸਾਹਮਣੇ ਕੋਈ ਕਦੇ ਅੱਤਵਾਦੀ ਹੈ, ਕੌਮ ਲਈ ਲੜੇ ਨੇ, ਅਸੀਂ ਉਹਦੀ ਪਰ ਸਾਡਾ ਪਾਰਾ ਵੱਧ ਜਾਂਦਾ। ਉਹ ਸ਼ਹੀਦ ਨਾ ਕਹਿਣ, ਅੱਤਵਾਦੀ ਵੀ ਕਹਿਣ ਦਾ ਕੋਈ ਹੱਕ ਨਹੀਂ ਨਾ। ਜਿਹੜੇ ਕਹਿੰਦੇ ਨੇ ਨਾ, ਤੁਸੀਂ ਰਾਜਨੀਤਿਕ ਲੋਕਾਂ ਦੀ ਗੱਲ ਕੀਤੀ ਵੀ ਅੱਤਵਾਦੀ ਕਹਿੰਦੇ, ਉਹ ਕਹੀ ਜਾਣ, ਉਹਨਾਂ ਨਾਲ ਕੀ ਫਰਕ ਪੈਣ ਲੱਗਾ? ਉਹ ਤਾਂ ਸ਼ਰੇਆਮ ਲੋਕਾਂ ਨੂੰ ਪਤਾ, ਵੋਟਾਂ ਕਰਕੇ ਕਹਿੰਦੇ ਹੁੰਦੇ ਆ। ਉਹਨਾਂ ਦਾ ਹੋਰ ਕੋਈ ਮਤਲਬ ਨਹੀਂ, ਨਾ ਕੌਮ ਨਾਲ ਕੋਈ ਮਤਲਬ ਹੈ, ਨਾ ਸਿੱਖੀ ਨਾਲ ਕੋਈ ਮਤਲਬ ਹੈ। ਤੁਸੀਂ ਕਿ ਮਾਨ ਸਾਹਿਬ ਦੇ ਪਿੱਛੇ ਖੜ ਕੇ ਕਿਸੇ ਨੇ ਬਿਆਨ ਦਵਾਇਆ ਹੈ? ਦੇਖੋ, ਜਿੱਥੋਂ ਤੱਕ ਮੈਨੂੰ ਸਮਝ ਲੱਗਦੀ ਹੈ ਵੀ ਏਜੰਸੀਆਂ ਦਾ ਪਿੱਛੇ ਥੋੜ੍ਹਾ ਬਹੁਤ ਹੱਥ ਹੁੰਦਾ ਹੀ ਹੈ, ਠੀਕ ਹੈ। ਇੰਨੇ ਰੋਸ ਮੁਜ਼ਾਹਰੇ ਹੁੰਦੇ ਹੋਣ, ਠੀਕ ਹੈ। ਤਕਰੀਬਨ 135 ਕਰੋੜ ਦੀ ਆਬਾਦੀ ਦੇ ਤਕਰੀਬਨ ਸਾਡੀ ਇੰਡੀਆ ਦੀ ਆਬਾਦੀ ਹੈਗੀ ਆ, ਠੀਕ ਹੈ। ਉਹਦੇ ਵਿੱਚ 3 ਕਰੋੜ ਨੂੰ ਕੱਢ ਕੇ ਬਾਕੀ ਸਾਰੇ ਖਿਲਾਫ ਹੀ ਆ। ਕਿੰਨੀ ਕਰੋੜ ਆਬਾਦੀ? 3 ਕਰੋੜ ਆਬਾਦੀ ਇੱਕ ਪਾਸੇ ਤੁਸੀਂ ਕਰ ਲਓ, ਬਾਕੀ ਸਾਰੇ ਖਿਲਾਫ ਹੀ ਨੇ। ਮਾਨ ਸਾਹਿਬ ਦੇ ਨਾਨਾ ਜੀ ਰੂੜ ਸਿੰਘ ਵੱਲੋਂ ਸ਼ਰੋਪਾ ਦੇਣ ਵਾਲੀ ਗੱਲ ਦੇ ਉੱਪਰ ਵੀ ਜੇਕਰ ਗੱਲ ਕਰ ਲਈਏ ਤਾਂ ਤਾਜ਼ਾ ਹਾਲਾਤਾਂ ਦੀ ਮਨਦੀਪ ਸਿੰਘ ਮੰਨਾ
ਅੰਮ੍ਰਿਤਸਰ ਦੇ ਵਿੱਚ ਬੋਰਡ ਲਾਏ ਨੇ ਤਾਂ ਮਨਦੀਪ ਸਿੰਘ ਮੰਨਾ ਨੇ ਆਪਣੇ ਬਿਆਨਾਂ ਦੇ ਵਿੱਚ ਕਿਹਾ ਕਿ ਮਾਨ ਸਾਹਿਬ ਤੁਹਾਨੂੰ ਕਿਹੜੇ ਰੰਗ ਦਾ ਸਰੋਪਾ ਦਈਏ ਜਿਹੜਾ ਤੁਸੀਂ ਠੰਡੇ ਹੋ ਜਾਓ। ਦੇਖੋ ਇਹ ਤਾਂ ਜੇ ਉਹ ਗੱਲ ਜਾਇਜ਼ ਆ ਬਿਲਕੁਲ। ਹਾਂ ਜੇ ਉਹਨੇ ਸਿਰਫ ਨਾ ਮੈਂ ਪਹਿਲਾਂ ਤਾਂ ਉਹਨੇ ਮਾਫੀ ਮੰਗੀ ਹੈ ਵੀ ਮੇਰੇ ਨਾਨਾ ਜੀ ਨੇ ਸਰੋਪਾ ਕਿਉਂ ਦਿੱਤਾ ਸੀ, ਪਹਿਲਾਂ ਮਾਫੀ ਮੰਗੀ ਹੋਈ ਹੈ, ਉਹਦੀ ਸਟੇਟਮੈਂਟ ਪਈ ਹੈ, ਮੈਂ ਤੁਹਾਨੂੰ ਦਿਖਾ ਸਕਦਾ, ਠੀਕ ਹੈ, ਤਾਂ ਤੁਹਾਨੂੰ ਵੀ ਪਤਾ ਹੋਣਾ। ਉਸ ਤੋਂ ਬਾਅਦ ਉਹਨੇ ਕਹਿਤਾ ਠੰਡਾ ਕਰਨ ਵਾਸਤੇ, ਠੀਕ ਹੈ, ਉੱਥੇ ਵਰਤਿਆ ਕਿ ਸਰੋਪਾ। ਤੁਸੀਂ ਮੈਨੂੰ ਦੱਸੋ ਸਰੋਪਾ ਠੰਡਾ ਕਰਨ ਵਾਸਤੇ ਦਿੰਦੇ ਨਹੀਂ ਕਿਸੇ ਨੂੰ? ਕਿਸੇ ਬਹਾਦਰੀ ਲਈ ਸਰੋਪਾ ਦਿੰਦੇ ਆ। ਮੈਂ ਅੱਜ ਵੀ ਕਹਿ ਦਿੰਦਾ ਵੀ ਮਾਨ ਸਾਹਿਬ ਤੁਹਾਨੂੰ ਠੰਡਾ ਕਿਹੜੇ ਸਰੋਪੇ ਨਾਲ ਕਰੀਏ, ਠੀਕ ਹੈ। ਮੈਂ ਤਾਂ ਇਹ ਵੀ ਕਿਹਾ ਸੀ, ਕਿਸੇ ਬੰਦੇ ਨੇ ਕਮੈਂਟ ਕੀਤਾ ਜਿੱਦਾਂ ਕਹਿੰਦੇ ਮਾਨ ਸਾਹਿਬ ਦਾ ਜਨਮ ਹੋਇਆ, ਕਹਿੰਦੇ ਜੇ ਉਹਦੇ ਉਹਨਾਂ ਦੇ ਪਿਓ ਠੰਡਾ ਕੀਤਾ ਹੁੰਦਾ ਸਰੋਪਾ ਦੇ ਕੇ ਸ਼ਾਇਦ ਨਾ ਹੀ ਜੰਮਦੇ। ਫੇਰ ਹੁਣ ਮੇਰੀ ਤਾਂ ਗੱਲ ਹੈ ਨਹੀਂ, ਕਮੈਂਟ ਵਿੱਚ ਲਿਖਿਆ ਕਿਸੇ ਨੇ, ਮੈਂ ਪੜ੍ਹ ਕੇ ਸੁਣਾ ਦਿੰਦਾ, ਫਿਰ ਉਹਦਾ ਜਵਾਬ ਦੇ ਦਿਓ ਤੁਸੀਂ। ਸਰੋਪਾ ਠੰਡਾ ਕਰਨ ਵਾਸਤੇ, ਸਰੋਪਾ ਬਹਾਦਰੀ ਵਾਸਤੇ, ਸਤਿਕਾਰ ਵਜੋਂ ਦਿੱਤਾ ਜਾਂਦਾ। ਤੇ ਹੁਣ ਤੁਸੀਂ ਮਾਨ ਸਾਹਿਬ ਨੂੰ ਕਹੋ ਵੀ ਇਹ ਸਿੱਖ ਕੌਮ ਦੇ ਐਡੇ ਵੱਡੇ ਨੁਮਾਇੰਦੇ ਆ ਜਿਨ੍ਹਾਂ ਨੂੰ ਸਰੋਪੇ ਬਾਰੇ ਨਹੀਂ ਪਤਾ, ਸਰੋਪਾ ਕਾਸ ਵਾਸਤੇ ਦਿੱਤਾ ਜਾਂਦਾ। ਉਹ ਤਾਂ ਇੰਦਰਾ ਗਾਂਧੀ ਬਾਰੇ ਵੀ ਪਹਿਲਾਂ ਕਹਿ ਗਏ ਕਹਿੰਦੇ ਠੰਡਾ ਕੀਤਾ ਜਾ ਸਕਦਾ ਸੀ, ਅਟੈਕ ਨਾ ਕਰਦੀ। ਤੁਸੀਂ ਹੁਣ ਦੱਸ ਦਿਓ ਮੈਨੂੰ ਇਹ ਗੱਲਾਂ ਜਵਾਬ ਦੇ ਦਿਓ ਵੀ ਇਹ ਕਿੰਨੀਆਂ ਕੁ ਸਹੀ ਨੇ, ਕਿੰਨੇ ਕੁ ਜਾਇਜ਼ ਨੇ। ਬਹਾਦਰ ਨੂੰ ਇੱਕ ਪੁਰਸਕਾਰ ਵਜੋਂ ਮਿਲਦਾ ਹੈ ਸਰੋਪਾ, ਜਦੋਂ ਕੋਈ ਬਹਾਦਰੀ ਕਰਦਾ ਹੈ, ਜੰਗ ਜਿੱਤਦਾ ਹੈ, ਜਾਂ ਕਿਸੇ ਵੀ ਖੇਤਰ ਦੇ ਵਿੱਚ ਸਿੱਖ ਧਰਮ ਦੇ ਵਿੱਚ ਜੇਕਰ ਕੋਈ ਬਹਾਦਰ ਹੁੰਦਾ ਤਾਂ ਉਹਨੂੰ ਸਰੋਪਾ ਦਿੱਤਾ ਜਾਂਦਾ। ਮੈਂ ਮਾਨ ਸਾਹਿਬ ਦੀ ਇੱਕ ਤੁਹਾਨੂੰ ਨਾ ਹੋਰ ਦੱਸ ਦਿੰਦਾ, ਮੈਨੂੰ ਬਹੁਤ ਘਟੀਆ ਹਰਕਤ ਲੱਗੀ। ਇੱਕ ਕੋਈ ਪੱਤਰਕਾਰ ਇੰਟਰਵਿਊ ਕਰ ਰਿਹਾ, ਉਹ ਕਹਿੰਦੇ ਜੀ ਤੁਹਾਨੂੰ ਜਦੋਂ ਅਟੈਕ ਹੁੰਦਾ ਤੁਹਾਨੂੰ ਜਰਨੈਲ ਸਿੰਘ ਨੇ ਮੈਸੇਜ ਦਿੱਤਾ ਵੀ ਅਟੈਕ ਹੋਣ ਵਾਲਾ ਹੈ ਨਾ, ਹਾਂ ਵੀ ਆ ਜਾਓ। ਕਹਿੰਦੇ ਤੁਹਾਨੂੰ ਬੁਲਾਇਆ, ਕਹਿੰਦੇ ਕੀ ਕਿਹਾ? ਕਹਿੰਦੇ ਮੈਨੂੰ ਤਾਂ ਕਿਹਾ ਨਹੀਂ। ਤੁਸੀਂ ਕਿੱਦਾਂ ਮੰਨ ਲਓਗੇ? ਐਡਾ ਤੁਸੀਂ ਇੱਕ ਪਾਸੇ ਕਹਿੰਦੇ ਜਰਨੈਲ ਹੈ, ਜਰਨੈਲ ਨੂੰ ਜਰਨੈਲ ਕਹਿ ਦਿਓ ਵੀ ਤੇ ਆ ਨਾ ਹੈ। ਕਾਲੀ ਫੂਲਾ ਸਿੰਘ ਹੋਏ ਆ, ਮਹਾਰਾਜਾ ਰਣਜੀਤ ਸਿੰਘ ਵਰਗੇ ਹੋਏ ਆ, ਉਹ ਜਰਨੈਲ ਸੀਗੇ, ਕਿਤੇ ਉਹਨਾਂ ਦੇ ਮਤਭੇਦ ਹੋਣਗੇ ਆਵੇ ਦੀ। ਪਹਿਲਾਂ ਜੰਗ ਵਾਸਤੇ ਕਿਹਾ ਉਹਨਾਂ ਨੇ ਵੀ ਤੂੰ ਨਾ ਆਈ, ਠੀਕ ਹੈ, ਤੇ ਉਹ ਸਿੱਧੇ ਕਹਿੰਦੇ ਨਾ ਮੈਨੂੰ ਤਾਂ ਕਿਹਾ ਨਹੀਂ, ਤੂੰ ਘਰੇ ਰਹਿ। ਤੇ ਹੁਣ ਕੀ ਕਹੋਗੇ ਤੁਸੀਂ ਮੈਨੂੰ? ਤੁਸੀਂ ਨਾ, ਮੈਂ ਇੱਕ ਹੈਂਡੀਕੈਪ ਬੰਦਾ, ਤੁਸੀਂ ਮੈਨੂੰ ਆਮ ਬੰਦਾ ਫੋਨ ਕਰਿਓ ਵੀ ਗਿਆਨੀ ਜੀ ਗੁਰੂ ਗ੍ਰੰਥ ਸਾਹਿਬ ਵਾਸਤੇ ਆਹ ਪ੍ਰੋਬਲਮ ਆ ਰਹੀ ਹੈ, ਤੁਸੀਂ ਕਿੱਥੇ ਹੋ? ਜੇ ਮੈਂ ਨਾ ਆਇਆ ਯਾਰ ਫਿਰ ਮੈਨੂੰ ਕਿਉਂ? ਤੁਸੀਂ ਮੇਰੇ ਕੋਲ ਕਿੰਨੀ ਕੁ ਪਾਵਰ ਹੈ, ਠੀਕ ਹੈ। ਕੌਮ ਲਈ ਜੇ ਤੁਸੀਂ ਸਿਰਦਰਦ ਹੈਗੇ ਹੋ, ਠੀਕ ਹੈ ਨਾ, ਤਾਂ ਫਿਰ ਕੌਮ ਲਈ ਖੜੋ ਵੀ, ਕੋਈ ਸੱਚਾਈ ਤਾਂ ਖੜੋ। ਮੈਂ ਪਹਿਲਾਂ ਵੀ ਕਿਹਾ ਸੀ ਮਾਨ ਸਾਹਿਬ 'ਤੇ ਉਂਗਲਾਂ ਕਿਉਂ ਉੱਠਦੀਆਂ ਨੇ। ਮਾਨ ਸਾਹਿਬ ਦੀ ਜਿੰਨੀ ਕੁ ਉਮਰ ਲੰਘੀ ਹੈ ਨਾ, ਬਹੁਤ ਸਤਿਕਾਰ ਦੇ ਨਾਲ ਲੰਘੀ ਹੈ, ਲੋਕਾਂ ਵੱਲੋਂ ਪਿਆਰ ਮਿਲਿਆ, ਇੱਜ਼ਤ ਮਿਲੀ ਹੈ, 3 ਵਾਰੀ MP ਬਣ ਗਏ ਹੈ, ਅਤੇ ਅੱਗੇ ਵੀ ਕੁਛ ਬਣ ਸਕਦੇ ਜਿੰਨੀ ਕੁ ਉਮਰ ਰਹਿੰਦੀ ਹੈ, ਹੈ ਨਾ। ਜਾਂਦੇ ਜਾਂਦੇ ਖੇ ਨਾ ਪਵਾਓ ਸਿਰ ਦੇ ਵਿੱਚ, ਜਾਂਦੇ ਜਾਂਦੇ ਸਿਰ ਦੇ ਵਿੱਚ ਖੇ ਨਾ ਪਾਓ। ਬਾਦਲਾਂ ਦਾ ਕੀ ਹਾਲ ਹੋਇਆ, 5 ਵਾਰੀ ਮੁੱਖ ਮੰਤਰੀ ਬਣਨ ਵਾਲਾ ਬੰਦਾ MLA ਟਿਕਟ ਤੋਂ ਹਾਰ ਗਿਆ, ਠੀਕ ਹੈ। ਛਿੱਤਰ ਪੈ ਰਹੇ ਨੇ ਅੱਜ, ਹੈ ਨਾ। ਇਹੋ ਜਿਹੀਆਂ ਬੇਤੁਕੀਆਂ ਗੱਲਾਂ ਕਰਕੇ ਸਿਰ ਦੇ ਵਿੱਚ ਸਵਾਹ ਨਾ ਪਾਓ। ਲੋਕਾਂ ਨੇ ਉਹ ਰਾਜ ਭਾਗ ਜਿਹੜਾ ਦਿੱਤਾ ਹੋਇਆ ਖੋਹ ਵੀ ਲੈਣਾ ਮੁੜ ਕੇ।